ਐਡਿਕਸ਼ਨ ਕਿਸੇ ਵੀ ਚੀਜ਼ ਨਾਲ ਹੋ ਸਕਦੀ ਹੈ। ਜਿਵੇਂ ਐਮਾਜ਼ੋਨ ਤੇ ਸੇਮ ਡੇ ਡਿਲੀਵਰੀ ਹੈ, ਡਰੱਗਸ ਦੀ ਵੀ ਸੇਮ ਆਵਰ ਡਿਲੀਵਰੀ ਹੈ। 7ਵੀਂ 8ਵੀਂ ਦੇ ਵਿੱਚ ਬੱਚੇ ਐਕਸਪੋਜ਼ ਹੋ ਜਾਂਦੇ ਨੇ ਡਰੱਗਸ ਨੂੰ, ਉਹਨਾਂ ਨੂੰ ਕੈਂਡੀ ਵਾਲੀ, ਲੋਲੀਪੌਪ ਵਾਲੀ, ਗਮੀ ਬੀਅਰਸ ਵਾਲੀ ਸ਼ਕਲ ਦੇ ਦਿੱਤੀ ਗਈ। 6 ਸਾਲ ਤੋਂ ਵੱਧ ਸਮਾਂ ਹੋ ਗਿਆ ਜੀ, ਪਰ ਹਜੇ ਉਹਦੇ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜੇ ਇੰਨੀਆਂ ਜਾਨਾਂ ਕਿਤੇ ਟ੍ਰੈਫਿਕ ਐਕਸੀਡੈਂਟਸ 'ਚ ਜਾਂਦੀਆਂ ਨਾ, ਜੀ, ਤੇ ਮੇਰਾ ਖਿਆਲ ਆਪਣੇ ਡਰਾਈਵਿੰਗ ਦੇ ਸਾਰੇ ਰੂਲ ਹੀ ਬਦਲ ਜਾਣੇ ਸੀ ਕਿ ਉਹ ਜਦੋਂ ਪ੍ਰੋਬਲਮ ਸਾਹਮਣੇ ਆਉਂਦੀ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਆ। ਅਸਲ ਦੇ ਵਿੱਚ ਅਡਿਕਸ਼ਨਸ ਦੀ ਤੇ ਜਿਹੜੀਆਂ ਇਹ ਜੀਆਂ ਜਿੰਨੀਆਂ ਵੀ ਆਦਤਾਂ ਪੈਂਦੀਆਂ, ਜੀ, ਉਹਨਾਂ ਦੀ ਜੜ ਉੱਥੇ ਆ। ਉੱਥੇ ਕੰਟਰੋਲ ਕਰਨਾ ਖੁਦ ਦੀ ਜ਼ਿੰਮੇਵਾਰੀ ਆ, ਬਿਲਕੁਲ ਮਾਂ ਪਿਓ ਦੀ, ਆਪਣੀ ਸਭ ਦੀ ਜ਼ਿੰਮੇਵਾਰੀ ਆ। ਓਪੀਓਇਡਸ ਦਾ ਅਸਰ ਕੀ ਹੁੰਦਾ ਜੀ? ਵਾਈ ਉਹਦੇ ਵੱਲ ਉਹਨਾਂ ਦੀ ਲੱਤ ਕਿਉਂ ਲੱਗ ਜਾਂਦੀ ਹੈ ਇੰਨੀ ਜ਼ਿਆਦਾ? ਸੋ ਵਿਜੇ, ਜਿਹੜੀਆਂ ਸਾਰੀਆਂ ਐਡਿਕਸ਼ਨਸ ਨੇ, ਐਡਿਕਸ਼ਨ ਕਿਸੇ ਵੀ ਚੀਜ਼ ਨਾਲ ਹੋ ਸਕਦੀ ਹੈ। ਕਈਆਂ ਨੂੰ ਸ਼ਾਪਿੰਗ ਦੀ ਐਡਿਕਸ਼ਨ ਹੁੰਦੀ ਹੈ, ਆਨਲਾਈਨ ਸ਼ਾਪਿੰਗ, ਗੇਮਿੰਗ ਐਡਿਕਸ਼ਨ, ਸੋਸ਼ਲ ਮੀਡੀਆ ਐਡਿਕਸ਼ਨ। ਪਰ ਜਿਹੜੀਆਂ ਚੀਜ਼ਾਂ ਬ੍ਰੇਨ ਨੂੰ ਇਫੈਕਟ ਕਰਦੀਆਂ, ਜਿਵੇਂ ਆਪਾਂ ਅਕਸਰ ਡੋਪਾਮੀਨ ਦੀ ਗੱਲ ਕਰਦੇ ਹੁੰਦੇ ਹਾਂ ਕਿ ਕੁਦਰਤ ਨੇ ਇੱਕ ਸਿਸਟਮ ਬਣਾਇਆ ਕਿ ਆਪਾਂ ਨੂੰ ਕਿਸੇ ਚੀਜ਼ ਦਾ ਆਨੰਦ ਆਉਣ ਵਾਸਤੇ ਇੱਕ ਰਸਤਾ, ਉਸ ਰਸਤੇ ਥਾਣੀ ਜਾਣਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ, ਕੋਈ ਐਫਰਟ ਕਰਨਾ ਪੈਂਦਾ। ਕਈ ਵਾਰੀ ਕਹੀਦਾ ਕਿ ਪੇਨ ਹੋਣੀ ਜ਼ਰੂਰੀ ਹੈ, ਪੇਨ ਲੀਡਸ ਟੂ ਪਲੇਜ਼ਰ ਜੀ। ਪਰ ਜੇ ਉਹਨੂੰ ਬਾਈਪਾਸ ਕਰ ਲਈਏ, ਕੋਈ ਐਸਾ ਤਰੀਕਾ ਲੱਭ ਲਿਆ ਜਾਏ ਜਿਹੜਾ ਸਿੱਧਾ ਹੀ ਦਿਮਾਗ ਤੇ ਉਹ ਚੀਜ਼, ਉਹ ਕੈਮੀਕਲ ਰਿਲੀਜ਼ ਕਰ ਦੇਵੇ ਜਿਹਦੇ ਨਾਲ ਉਹ ਆਨੰਦ ਦੀ ਫੀਲਿੰਗ ਆਉਣੀ ਸੀਗੀ, ਤੇ ਉਹ ਸਬਸਟੈਂਸ ਬਹੁਤ ਜ਼ਿਆਦਾ ਅਡਿਕਟਿਵ ਹੋ ਜਾਂਦਾ ਜੀ। ਤੇ ਉਹਦਾ ਕੋਈ ਵੀ ਰੂਪ ਹੋ ਸਕਦਾ, ਉਹ ਗੇਮਿੰਗ ਹੋ ਸਕਦੀ ਹੈ, ਸ਼ਰਾਬ ਹੋ ਸਕਦੀ ਹੈ, ਤੇ ਜਿਹੜੇ ਓਪੀਓਇਡਸ ਨੇ ਉਹ ਜਿਹੜੇ ਬ੍ਰੇਨ ਦੇ ਪਲੇਜ਼ਰ ਸੈਂਟਰ ਆ, ਜਿੱਥੋਂ ਡੋਪਾਮੀਨ ਦਾ ਜਿਹੜਾ ਪਾਥਵੇ ਆ ਜਾਂ ਜਿਹੜੇ ਐਂਡੋਰਫਿਨਸ ਨੇ ਉਹ ਰਿਲੀਜ਼ ਹੁੰਦੇ ਆ, ਉਹ ਸਿੱਧਾ ਜਾ ਕੇ ਉੱਥੇ ਐਕਟ ਕਰਦੇ ਆ ਤੇ ਸਭ ਤੋਂ ਜ਼ਿਆਦਾ ਅਡਿਕਟਿਵ ਸਬਸਟੈਂਸਸ 'ਚ ਮੰਨੇ ਜਾਂਦੇ ਆ। ਤੇ ਇਸ ਤੋਂ ਕੋਈ ਵੀ ਵਾਂਝਾ ਨਹੀਂ। ਜੇ ਕਿਸੇ ਨੂੰ ਵੀ ਓਪੀਓਇਡ ਦਿੱਤੇ ਜਾਣ, ਕਈ ਵਾਰੀ ਮੈਡੀਕਲ ਕਾਰਨਾਂ ਕਰਕੇ ਦਿੱਤੇ ਜਾਂਦੇ ਆ, ਪਰ ਉਹ ਅਡਿਕਸ਼ਨ ਦੇ ਵਿੱਚ ਟਰਨ ਇਨ ਹੋ ਸਕਦਾ। ਜਿਵੇਂ ਤੁਸੀਂ ਕਿਹਾ, BC ਨੇ 2016 'ਚ ਇੱਕ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕਰਤੀ ਸੀ। ਤੁਸੀਂ ਦੇਖੋ 6 ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਹਜੇ ਉਹਦੇ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਬਿਲਕੁਲ, ਜਿਵੇਂ ਹੁਣ ਪਿਛਲੇ ਕੁਝ ਸਾਲਾਂ ਤੋਂ ਪੈਂਡੈਮਿਕ ਚੱਲ ਰਿਹਾ, ਕੋਵਿਡ, ਇੱਕ ਪਬਲਿਕ ਹੈਲਥ ਐਮਰਜੈਂਸੀ ਸੀ, ਇਹਦੇ ਵਾਸਤੇ ਕਿੰਨਾ ਜ਼ੋਰ ਲੱਗਿਆ। ਤੇ ਹੁਣ ਇੱਕ ਫੀਲਿੰਗ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਹਾਂ ਸ਼ਾਇਦ ਅਸੀਂ ਇਸ 'ਚੋਂ ਨਿਕਲ ਗਏ ਹਾਂ, ਜੋ ਕਿ ਹਜੇ ਵੀ ਉਹਦੇ ਬਾਰੇ ਸ਼ੱਕ ਨੇ। ਪਰ 6 ਸਾਲ ਤੋਂ ਇੱਕ ਐਮਰਜੈਂਸੀ ਚੱਲ ਰਹੀ ਹੋਵੇ, ਉਹਦੇ 'ਤੇ ਕਿੰਨੇ ਰਿਸੋਰਸਿਸ ਲੱਗੇ ਹੋਣ, ਕਿੰਨੀਆਂ ਜਾਨਾਂ ਜਾ ਚੁੱਕੀਆਂ। ਜੇ ਇੰਨੀਆਂ ਜਾਨਾਂ ਕਿਤੇ ਟ੍ਰੈਫਿਕ ਐਕਸੀਡੈਂਟਸ 'ਚ ਜਾਂਦੀਆਂ ਨਾ, ਤੇ ਮੇਰਾ ਖਿਆਲ ਆਪਣੇ ਡਰਾਈਵਿੰਗ ਦੇ ਸਾਰੇ ਰੂਲ ਹੀ ਬਦਲ ਜਾਣੇ ਸੀ। ਪਰ ਕਿਉਂਕਿ ਇਹ ਇੱਕ ਐਸੀ ਗੁੱਝੀ ਹੋਈ ਚੀਜ਼ ਆ, ਜਦੋਂ ਇਹ ਸ਼ੁਰੂਆਤ ਹੁੰਦੀ ਹੈ ਉਹ ਸ਼ੇਅਰ ਨਹੀਂ ਕੀਤੀ ਜਾਂਦੀ। ਖਾਸ ਕਰ ਕਈ ਵਾਰੀ ਆਪਣੀਆਂ ਕਮਿਊਨਿਟੀਜ਼ ਦੇ ਵਿੱਚ, ਪੰਜਾਬੀ ਕਮਿਊਨਿਟੀ ਦੇ ਵਿੱਚ ਸਾਨੂੰ ਬੜਾ ਮਾਣ ਹੁੰਦਾ। ਸਾਡੇ ਤਿਉਹਾਰ ਵੀ ਜਿਵੇਂ ਦੀਵਾਲੀ ਲੰਘ ਕੇ ਗਈ ਹੈ ਨਾ, ਮਾਣ ਵਾਲੇ ਤਿਉਹਾਰ ਨੇ ਜੀ। ਅਸੀਂ ਖੁਸ਼ੀ ਦਾ ਪ੍ਰਤੀਕ, ਜਸ਼ਨ ਬਹੁਤ ਜ਼ੋਰ ਸ਼ੋਰ ਨਾਲ ਮਨਾਉਂਦੇ ਹਾਂ, ਜਿੱਤ ਦਾ ਪ੍ਰਤੀਕ ਹੈ। ਬਿਲਕੁਲ ਬਿਲਕੁਲ। ਪਰ ਜਦੋਂ ਕੋਈ ਐਸੀ ਚੀਜ਼ ਹੋਏ ਜਿਹਦੇ 'ਤੇ ਮਾਣ ਦੀ ਬਜਾਏ ਸਾਨੂੰ ਸੰਗ ਆਉਂਦੀ ਹੋਏ ਜਾਂ ਸਾਨੂੰ ਆਪਣੀ ਘਾਟ ਮਹਿਸੂਸ ਹੁੰਦੀ ਹੋਏ, ਅਸੀਂ ਉਹਨੂੰ ਦਬਾ ਜਾਂਦੇ ਹਾਂ। ਉਹ ਦਬਾਉਣ ਕਰਕੇ ਉਹ ਸਮੱਸਿਆ ਹੋਰ ਵੱਡੀ ਹੋ ਜਾਂਦੀ ਹੈ। ਤੇ ਜਦੋਂ ਬਾਹਰ ਨਿਕਲਦੀ ਹੈ, ਜਿੱਦਾਂ ਕਹਿੰਦੇ ਨਾ ਵੀ ਆਪਣੀ ਕਿਸੇ ਨੇ ਜਜ਼ਬਾਤ ਦਬਾਏ ਹੋਏ ਸੀਗੇ, ਦਬਾਉਂਦਾ ਗਿਆ ਤੇ ਇੱਕ ਦਿਨ ਉਹ ਫਟ ਗਿਆ। ਅਡਿਕਸ਼ਨ ਨਾਲ ਕੁਛ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਜਦੋਂ ਪ੍ਰੋਬਲਮ ਸਾਹਮਣੇ ਆਉਂਦੀ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ, ਉਹਨੂੰ ਟੈਕਲ ਕਰਨਾ ਬੜਾ ਹੀ ਔਖਾ ਹੋ ਜਾਂਦਾ। ਡਾਕਟਰ ਸਾਹਿਬ, ਟਾਈਲਨੋਲ 3 ਇੱਕ ਅਜਿਹੀ ਦਵਾਈ ਆ ਜਿਹੜੀ ਕਿ ਪ੍ਰਿਸਕ੍ਰਿਪਸ਼ਨ 'ਤੇ ਹੀ ਮਿਲਦੀ ਆ। ਬਿਲਕੁਲ, ਜੇ ਵੈਸੇ ਕਿਸੇ ਨੂੰ ਨਜ਼ਲਾ ਜ਼ੁਕਾਮ ਜਾਂ ਕੋਈ ਦਰਦਾਂ ਹੋਣ, ਜਿਹੜਾ ਐਕਸਟਰਾ ਸਟਰੈਂਥ ਟਾਈਲਨੋਲ ਓਵਰ ਦਾ ਕਾਊਂਟਰ ਮਿਲ ਜਾਂਦੀ ਆ। ਪਰ ਟਾਈਲਨੋਲ 3 ਟੂ ਬੀ ਵੈਰੀ ਸਪੈਸੀਫਿਕ, ਉਹ ਜਦੋਂ ਤੱਕ ਡਾਕਟਰੀ ਪਰਚੀ ਨਹੀਂ ਹੋਏਗੀ ਉਹ ਦਵਾਈ ਨਹੀਂ ਮਿਲਣੀ। ਹਾਂਜੀ, ਪਰ ਟਾਈਲਨੋਲ 3 ਦਾ ਅਬਿਊਜ਼ ਬਹੁਤ ਜ਼ਿਆਦਾ ਹੁੰਦਾ, ਇਹਦੇ ਬਾਰੇ ਇੰਨੀ ਜ਼ਿਆਦਾ ਗੱਲ ਹੁੰਦੀ ਨਹੀਂ। ਉਹ ਲੋਕ ਵੀ ਟਾਈਲਨੋਲ 3 ਲੈ ਲੈਂਦੇ ਨੇ ਜਿਨ੍ਹਾਂ ਨੂੰ ਕਿ ਪ੍ਰਿਸਕ੍ਰਿਪਸ਼ਨ ਜਿਨ੍ਹਾਂ ਕੋਲ ਉਹਦੀ ਹੁੰਦੀ ਨਹੀਂ, ਜਾਂ ਇਹਦੀ ਵੀ ਬਲੈਕ ਮਾਰਕੀਟਿੰਗ ਹੁੰਦੀ ਹੈ ਜੀ? ਬਿਲਕੁਲ ਹੁੰਦੀ ਹੈ ਵਿਜੇ, ਤੇ ਇਹ ਗੱਲ ਨਾ ਬੜੀ ਅਣਹੋਣੀ ਜਿਹੀ ਲੱਗਦੀ ਆ ਜੇ ਕੋਈ ਉਸ ਫੀਲਡ ਦੇ ਵਿੱਚ ਨਾ ਹੋਵੇ ਕਿ ਕੈਨੇਡਾ ਵਰਗੇ ਮੁਲਕ 'ਚ ਬਲੈਕ ਮਾਰਕੀਟਿੰਗ ਹੁੰਦੀ ਹੋਊਗੀ ਦਵਾਈਆਂ ਦੀ, ਪਰ ਬਹੁਤ ਕਾਮਨ ਨੌਲੇਜ ਆ। ਅੱਜ ਕੱਲ੍ਹ ਜਿੰਨੀ ਆਸਾਨੀ ਹੋ ਗਈ ਸੋਸ਼ਲ ਮੀਡੀਆ ਨਾਲ, ਜਿਵੇਂ ਐਮਾਜ਼ੋਨ ਤੇ ਸੇਮ ਡੇ ਡਿਲੀਵਰੀ ਹੈ, ਡਰੱਗਸ ਦੀ ਵੀ ਸੇਮ ਆਵਰ ਡਿਲੀਵਰੀ ਹੈ। ਜਿਹੜੇ ਸਿਸਟਮ ਬਣੇ ਹੋਏ ਨੇ, ਜੇ ਨੈਟਵਰਕਿੰਗ, ਜਿਹੜੇ ਪੁਲਿਸ 'ਚ ਕੰਮ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰੋ ਤੇ ਉਹ ਕਹਿੰਦੇ ਬਹੁਤ ਜਿੰਨੇ ਐਡਵਾਂਸ ਟੂਲ ਅਸੀਂ ਬਾਕੀ ਚੀਜ਼ਾਂ ਲਈ ਵਰਤ ਰਹੇ ਹਾਂ, ਉਹ ਇਹਨਾਂ ਚੀਜ਼ਾਂ ਲਈ ਵੀ ਵਰਤੇ ਜਾ ਰਹੇ ਆ। ਸੋ ਟਾਈਲਨੋਲ 3 ਦੇ ਵਿੱਚ ਕੋਡੀਨ ਹੁੰਦੀ ਹੈ। ਕੋਡੀਨ
ਮੋਰਫੀਨ ਰਿਸੈਪਟਰਸ ਉਹੀ ਬ੍ਰੇਨ 'ਤੇ ਜਿਹੜਾ ਅਸਰ ਕਰਦੇ ਆ, ਮਦਹੋਸ਼ੀ ਜੀ ਹੋ ਜਾਣੀ। ਵਿਜੇ ਬੜਾ ਦੁੱਖ ਹੁੰਦਾ ਅਤੇ ਮੈਨੂੰ ਬੜੀ ਹੈਰਾਨੀ ਹੋਈ ਸੀ, ਮੈਨੂੰ ਯਕੀਨ ਨਹੀਂ ਹੋਇਆ ਹਾਈ ਸਕੂਲ ਮਿਡਲ ਸਕੂਲ ਦੇ ਵਿੱਚ, ਲਾਈਕ 12ਵੀਂ ਦੀ ਗੱਲ ਨਹੀਂ ਕਰ ਰਹੇ, 7ਵੀਂ 8ਵੀਂ ਦੇ ਵਿੱਚ ਬੱਚੇ ਐਕਸਪੋਜ਼ ਹੋ ਜਾਂਦੇ ਨੇ ਡਰੱਗਸ ਨੂੰ। ਅਤੇ ਬੱਚਿਆਂ ਦੀਆਂ ਗੱਲਾਂ ਸੁਣੋ ਅਤੇ ਆਪਸ 'ਚ ਗੱਲਾਂ ਕਰ ਰਹੇ ਕਿ ਇੱਕ ਵਾਰੀ ਨਾ ਮੈਂ ਆਪਣੇ ਸਕੂਲ ਹਾਲ ਵਿੱਚ ਸੀ ਅਤੇ ਮੈਨੂੰ ਬੜੀ ਸੋਹਣੀ ਖੁਸ਼ਬੂ ਆਈ ਅਤੇ ਮੈਨੂੰ ਲੱਗਿਆ ਕੈਫੇਟੇਰੀਆ 'ਚ ਕੁਛ ਬਣ ਰਿਹਾ। ਅਤੇ ਮੇਰੇ ਫਰੈਂਡਸ ਨੂੰ ਮੈਂ ਕਿਹਾ ਵੀ ਕੈਫੇਟੇਰੀਆ 'ਚ ਕੁਛ ਬੇਕ ਹੋ ਰਿਹਾ, ਅਤੇ ਉਹ ਸਾਰੇ ਹੱਸ ਪਏ। ਅਤੇ ਉਹ ਬੱਚਾ ਕਹਿੰਦਾ ਕਿ ਮੈਨੂੰ ਲੱਗਿਆ ਵੀ ਤੁਸੀਂ ਹੱਸ ਕਿਉਂ ਪਏ? ਕਹਿੰਦਾ ਨਹੀਂ ਤੈਨੂੰ ਪਤਾ ਨਹੀਂ, ਇਹ ਤਾਂ ਵੇਪਿੰਗ ਹੋ ਰਹੀ ਹੈ। ਵੇਪਿੰਗ ਇੰਨੀ ਖੁਸ਼ਬੂਦਾਰ ਬਣਾ ਦਿੱਤੀ ਗਈ, ਉਹਨੂੰ ਇੰਨਾ ਫੈਂਸੀ ਬਣਾ ਦਿੱਤਾ ਗਿਆ ਕਿ 7ਵੀਂ 8ਵੀਂ ਕਲਾਸ ਦੇ ਬੱਚੇ ਗ੍ਰੈਵੀਟੇਟ ਹੁੰਦੇ ਨੇ, ਅਟਰੈਕਟ ਹੁੰਦੇ ਨੇ ਉਹਦੇ ਵੱਲ ਅਟਰੈਕਟ ਹੁੰਦੇ ਆ। ਉਹਨਾਂ ਨੂੰ ਕੈਂਡੀ ਵਾਲੀ, ਲੋਲੀਪੋਪ ਵਾਲੀ, ਗਮੀ ਬੀਅਰਸ ਵਾਲੀ ਸ਼ਕਲ ਦੇ ਦਿੱਤੀ ਗਈ। ਅਤੇ ਫਿਰ ਇਹ 7ਵੀਂ 8ਵੀਂ ਦੇ ਬੱਚਿਆਂ ਦੀਆਂ ਗੱਲਾਂ ਨੇ। ਫਿਰ ਉਹ ਕਹਿੰਦੇ ਮੈਂ ਆਪਣੇ ਕੁਛ ਕਲਾਸ 'ਚ ਗੱਲਾਂ ਕਰਦੇ ਸੀ, ਉਹਨਾਂ ਤੋਂ ਸੁਣਿਆ ਕਿ ਮੈਨੂੰ ਕਿਸੇ ਨੇ ਆਹ ਚੀਜ਼ ਖਰੀਦੀ ਆ, ਮੈਂ ਆਈ ਹੋਪ ਇਹ ਟਾਇਲੈਨੋਲ ਨਾ ਹੋਵੇ, ਆਈ ਹੋਪ ਇਹ ਟਾਇਲੈਨੋਲ ਦਾ ਪਾਊਡਰ ਨਾ ਹੋਵੇ, ਮਤਲਬ ਇਹ ਅਸਲੀ ਕੋਈ ਡਰੱਗ ਹੋਵੇ। ਸੋ ਜੇ ਇਹ ਚੀਜ਼ ਸਕੂਲਾਂ ਦੇ ਵਿੱਚ ਆ ਅਤੇ ਇੰਨੀ ਛੋਟੀ ਉਮਰ 'ਚ ਆ, ਉਸ ਉਮਰ ਦੇ ਬੱਚਿਆਂ ਦੇ ਮਾਂ ਪਿਓ ਦੇ ਦਿਮਾਗ 'ਚ ਕ੍ਰੋਸ ਵੀ ਨਹੀਂ ਕਰਦਾ ਕਿ ਇਹ ਪ੍ਰੋਬਲਮ ਇੱਥੋਂ ਸ਼ੁਰੂ ਹੋ ਸਕਦੀ ਹੈ। ਡਾਕਟਰ ਸਾਹਿਬ ਬੜਾ ਇਨਕਨਵੀਨੀਅੰਟ ਟਰੂਥ ਹੈ ਜਿਹੜਾ ਤੁਸੀਂ ਦੱਸ ਰਹੇ ਹੋ। ਬਿਲਕੁਲ ਵਿਜੇ, ਪਰ ਆਪਣੀ ਜਿਹੜੀ ਸੁਸਾਇਟੀ ਹੈ ਨਾ, ਅਸੀਂ ਜਸ਼ਨ ਬਹੁਤ ਮਨਾਉਂਦੇ ਹਾਂ, ਮਨਾਉਣੇ ਚਾਹੀਦੇ ਨੇ, ਮਾਣ ਕਰਨਾ ਚਾਹੀਦਾ, ਪਰ ਜਿਹੜੀਆਂ ਪ੍ਰੋਬਲਮਸ ਜਿੱਥੋਂ ਸ਼ੁਰੂ ਹੁੰਦੀਆਂ ਅਸੀਂ ਗੁਰੇਜ਼ ਕਰ ਜਾਂਦੇ ਹਾਂ ਉੱਥੇ ਹਿੱਟ ਕਰਨੋਂ, ਉਸ ਦੀ ਗੱਲ ਕਰਨੋਂ, ਕਿਉਂਕਿ ਅਨਕੰਫਰਟੇਬਲ ਹੈ। ਜਿਵੇਂ ਤੁਸੀਂ ਕਿਹਾ ਇਨਕਨਵੀਨੀਅੰਟ ਟਰੂਥ ਹੈ। ਆਪਣੀ ਪਰਸਨਲ ਲਾਈਫ ਦੇ ਵੀ ਬੜੇ ਇਨਕਨਵੀਨੀਅੰਟ ਟਰੂਥ ਹੁੰਦੇ ਆ ਜਿਨ੍ਹਾਂ ਨਾਲ ਅਸੀਂ ਇਮਾਨਦਾਰ ਨਹੀਂ ਹੋ ਸਕਦੇ। ਅਤੇ ਅਸਲ ਦੇ ਵਿੱਚ ਅਡਿਕਸ਼ਨਸ ਦੀ ਅਤੇ ਜਿਹੜੀਆਂ ਇਹੋ ਜਿਹੀਆਂ ਜਿੰਨੀਆਂ ਵੀ ਆਦਤਾਂ ਪੈਂਦੀਆਂ ਉਹਨਾਂ ਦੀ ਜੜ੍ਹ ਉੱਥੇ ਆ। ਜਦੋਂ ਤੁਸੀਂ ਸਾਈਕੋਲੋਜਿਸਟ ਨਾਲ ਗੱਲ ਕਰਦੇ ਹੋ, ਥੈਰੇਪਿਸਟ ਨਾਲ ਗੱਲ ਕਰਦੇ ਹੋ, ਚੰਗੇ ਥੈਰੇਪਿਸਟ ਤੁਹਾਡਾ ਜੀਵਨ ਬਦਲ ਦਿੰਦੇ ਆ, ਪਰ ਉਹ ਦਵਾਈਆਂ ਨਹੀਂ ਦਿੰਦੇ, ਗੱਲਾਂ ਬਾਤਾਂ ਨਾਲ ਬਦਲ ਦਿੰਦੇ ਆ, ਤੁਹਾਡੀ ਸੋਚ ਨੂੰ ਨਵੀਂ ਸੇਧ ਦੇ ਦਿੰਦੇ ਆ। ਬਿਲਕੁਲ। ਸੋ ਇਹ ਬਹੁਤ ਇਸ ਬਾਰੇ ਸੁਚੇਤ ਹੋਣ ਦੀ ਲੋੜ ਆ। ਅਕਸਰ ਜਿਵੇਂ ਹੁਣ ਆਪਾਂ ਗੱਲ ਕੀਤੀ ਪਬਲਿਕ ਹੈਲਥ ਐਮਰਜੈਂਸੀ, ਉਸ ਤੋਂ ਦੇਖਣ ਨੂੰ ਮੈਸੇਜ ਇਹ ਮਿਲਦਾ ਕਿ ਪਤਾ ਨਹੀਂ ਕੀ ਬਾਹਰ ਹੋ ਰਿਹਾ ਹੋਊਗਾ ਇਸ ਐਮਰਜੈਂਸੀ ਨੂੰ ਕੰਟਰੋਲ ਕਰਨ ਲਈ, ਪਰ ਉਹਦਾ ਸੱਚ ਇਹ ਹੈ ਕਿ ਉਹ ਪਬਲਿਕ ਹੈਲਥ ਦੇ ਕੋਲ ਜਿੰਨੇ ਰਿਸੋਰਸਿਸ ਆ ਉਹ ਜਾਨਾਂ ਬਚਾਉਣ 'ਤੇ ਲੱਗ ਜਾਂਦੇ ਆ। ਉਹਨਾਂ ਦਾ ਗੋਲ ਇਹ ਹੈ ਕਿ ਜਿਵੇਂ ਤੁਸੀਂ ਕਿਹਾ 10,000 ਤੋਂ ਵੱਧ ਜਾਨਾਂ ਚਲੀਆਂ ਗਈਆਂ ਕਿ ਉਹ ਨੰਬਰ ਥੱਲੇ ਆਵੇ। ਐਂਡ ਸਟੇਜ 'ਤੇ ਜੋ ਰਿਜ਼ਲਟ ਆ ਰਿਹਾ ਉਹਨੂੰ ਕੰਟਰੋਲ ਕਰਨ 'ਤੇ ਉਹਨਾਂ ਦਾ ਸਾਰਾ ਜ਼ੋਰ ਲੱਗ ਜਾਂਦਾ। ਪਰ ਜੋ ਘਰਾਂ ਦੇ ਵਿੱਚ ਹੋ ਰਿਹਾ, ਜੋ ਪਰਸਨਲ ਲਾਈਫ 'ਚ ਹੋ ਰਿਹਾ, ਜੋ ਕਮਿਊਨਿਟੀ 'ਚ ਹੋ ਰਿਹਾ, ਜੋ ਮਿਡਲ ਸਕੂਲ, ਐਲੀਮੈਂਟਰੀ ਸਕੂਲ, ਹਾਈ ਸਕੂਲ 'ਚ ਹੋ ਰਿਹਾ, ਉੱਥੇ ਕੰਟਰੋਲ ਕਰਨਾ ਖੁਦ ਦੀ ਜ਼ਿੰਮੇਵਾਰੀ ਹੈ, ਮਾਂ ਪਿਓ ਦੀ, ਆਪਣੀ ਸਭ ਦੀ ਜ਼ਿੰਮੇਵਾਰੀ ਹੈ। ਅਤੇ ਕਿਉਂਕਿ ਅਸੀਂ ਉਹ ਇਨਕਨਵੀਨੀਅੰਟ ਲੱਗਦਾ, ਉਹਦੇ 'ਚ ਖੁਦ ਨੂੰ ਜ਼ਿੰਮੇਵਾਰ ਮਹਿਸੂਸ ਕਰਦੇ ਹਾਂ, ਅਸੀਂ ਉਹਦੇ ਬਾਰੇ ਗੱਲ ਨਹੀਂ ਕਰਦੇ। ਡਾਕਟਰ ਸਾਹਿਬ ਇਹਦੇ 'ਚ ਇੱਕ ਇਹ ਵੀ ਪਹਿਲੂ ਹੈ ਜਿਹੜਾ ਸੋਸ਼ਲ ਅਤੇ ਪੋਲੀਟੀਕਲ ਕਾਜ਼ ਹੈ। ਚਲੋ ਸੋਸ਼ਲ ਕਾਜ਼ ਤਾਂ ਇਹ ਹੋ ਗਿਆ ਨਾ ਕਿ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਜਿਹੜੇ ਤਿਉਹਾਰ ਮਨਾਉਂਦੇ ਹਾਂ ਜਾਂ ਉਹਦੇ ਵਿੱਚ ਉਹ ਮਾਣ ਇੰਨਾ ਜ਼ਿਆਦਾ, ਪ੍ਰਾਈਡ ਇੰਨੀ ਜ਼ਿਆਦਾ ਇਨਵੋਲਵਡ ਹੈ ਸਾਡੇ ਓਵਰਆਲ ਲਾਈਫ ਸਟਾਈਲ ਦੇ ਵਿੱਚ ਕਿ ਜਿੱਥੇ ਕਿਤੇ ਕੋਈ ਅਜਿਹੀ ਸਮੱਸਿਆ ਆ ਜਾਵੇ ਜਿੱਥੇ ਤੁਹਾਨੂੰ ਹਾਰ ਮੰਨਣੀ ਪਵੇ ਜਾਂ ਫਿਰ ਕਿਸੇ ਨੂੰ ਦਬਾਇਆ ਜਾ ਰਿਹਾ ਹੋਵੇ, ਉਸ ਚੀਜ਼ ਨੂੰ ਫੇਸ ਕਰਨਾ ਜਾਂ ਉਸ ਚੀਜ਼ ਦੇ ਬਾਰੇ ਖੁੱਲ੍ਹ ਕੇ ਗੱਲ ਕਰ ਸਕਣੀ ਕਿਸੇ ਨਾਲ, ਬੰਦੇ ਨੂੰ ਇਹ ਲੱਗਦਾ ਵੀ ਇਹਦੇ 'ਚ ਮੇਰੀ ਹੱਤਕ ਹੋ ਜਾਣੀ ਹੈ। ਬਿਲਕੁਲ। ਅੱਛਾ, ਫਿਰ ਇਹ ਤਾਂ ਸੋਸ਼ਲ ਵਾਲਾ ਪਾਸਾ ਹੋ ਗਿਆ। ਜਦੋਂ ਅਸੀਂ ਇਹਨੂੰ ਪੋਲੀਟੀਕਲੀ ਵੇਖਦੇ ਹਾਂ, ਜਿਵੇਂ ਤੁਸੀਂ ਦੱਸਿਆ ਹੁਣ ਪੋਲੀਟੀਕਲੀ ਵੀ ਸਾਰਾ ਜ਼ੋਰ ਇਸ ਗੱਲ 'ਤੇ ਲੱਗਾ ਹੋਇਆ ਕਿ ਜਿਹੜਾ ਨੰਬਰ ਆ ਉਹ ਨੰਬਰ ਕਿਸੇ ਹਿਸਾਬ ਨਾਲ ਡਾਊਨ ਆਵੇ। ਬਿਲਕੁਲ। ਉਹਦੇ ਵਿੱਚ ਹੋਣਾ ਕੀ ਆ ਕਿ ਹਜੇ ਸਾਨੂੰ ਪਤਾ ਹੈ ਕਿ ਜੇ ਨੰਬਰ ਆਫ ਡੈਥਸ, ਜੇ ਫਰਜ਼ ਕਰੋ ਵੀ ਇੱਕ ਸਮਾਂ ਸੀ ਵਿੱਚ 4 ਡੈਥਸ ਪਰ ਡੇ ਜੇ ਓਪੀਆਇਡਸ ਕਰਕੇ, ਓਵਰਡੋਜ਼ ਕਰਕੇ ਹੋ ਰਹੀਆਂ ਨੇ ਔਨ ਐਵਰੇਜ, ਜੇ ਉਹ ਘੱਟ ਕੇ 2 ਤੇ ਆ ਗਈਆਂ, 3 ਤੇ ਆ ਗਈਆਂ, ਤਾਂ ਅੰਕੜਿਆਂ ਨੇ ਕਹਿਣਾ ਦੇਖੋ ਜੀ ਡੈਥਸ ਆਰ ਡਾਊਨ 35% ਔਰ 50%, ਹੈਡਲਾਈਨ ਇੱਦਾਂ ਦੀ ਬਣ ਜਾਣੀ ਆ, ਪਰ ਉਹ ਫਿਰ ਵੀ ਵਾਪਰ ਰਹੀਆਂ ਨੇ। ਐਂਡ ਈਵਨ ਅੱਧੇ ਦੇ ਵਿੱਚ ਵੀ ਰਹਿ ਜਾਣ, ਇਟਸ ਸਟਿਲ ਟੂ ਮੈਨੀ। ਅਤੇ ਵੈਸੇ ਉਹਦੀ ਜਿਹੜੀ ਕਾਸਟ ਆ ਨਾ, ਸੋ ਕਈ ਵਾਰੀ ਆਪਾਂ ਗੱਲ ਕਰਦੇ ਹੁੰਦੇ ਹਾਂ ਨਿਊਜ਼ੀਲੈਂਡ ਦੀ। ਤੁਹਾਡੀ ਇੱਕ ਇੰਟਰਵਿਊ ਸੀਗੀ, ਬੜੇ ਪਿਆਰੇ ਕਵੀ ਸੀਗੇ ਨਿਊਜ਼ੀਲੈਂਡ ਤੋਂ, ਜੋ ਬ੍ਰੌਡਕਾਸਟ ਜੀ ਪਰਮਿੰਦਰ ਸਿੰਘ ਪਾਪਾਟੋਇਟੋ ਹੋਇਆ ਸੀ। ਬਿਲਕੁਲ। ਸੋ ਉਹ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋ, ਅਤੇ ਆਪਾਂ ਨਿਊਜ਼ੀਲੈਂਡ ਦਾ ਅਕਸਰ ਜ਼ਿਕਰ ਕਰਦੇ ਹਾਂ, ਉਹਨਾਂ ਦੀ ਪ੍ਰਾਈਮ ਮਿਨਿਸਟਰ ਦਾ ਵੀ। ਕਈ ਵਾਰੀ ਪੋਲੀਟੀਕਲੀ ਐਸੇ ਡਿਸੀਜ਼ਨ ਲੈਣੇ ਜਿਹੜੇ ਪੋਪੂਲਰ ਨਾ ਹੋਣ, ਅਸਲ 'ਚ ਚੰਗੇ ਹੁੰਦੇ ਆ।
ਇੱਕ ਮੈਂ ਇੰਟਰਵਿਊ ਸੁਣੀ ਸੀ ਤੁਹਾਡੇ ਚੈਨਲ 'ਤੇ ਕਿ ਬੱਚਿਆਂ ਦੇ ਦੋਸਤ ਨਾ ਬਣੋ, ਉਹਨਾਂ ਦੇ ਪੇਰੈਂਟ ਬਣੋ ਜੀ। ਸੋ ਪੇਰੈਂਟਿੰਗ ਤੇ ਦੋਸਤੀ 'ਚ ਥੋੜ੍ਹਾ ਜਿਹਾ ਫਰਕ ਆ ਜੀ। ਇੱਕ ਚੰਗਾ ਪੇਰੈਂਟ ਦੋਸਤ ਵੀ ਹੁੰਦਾ ਪਰ ਉਹ ਐਸਾ ਦੋਸਤ ਨਹੀਂ ਹੁੰਦਾ ਜਿਹੜਾ ਹਮੇਸ਼ਾ ਹਾਂ 'ਚ ਹਾਂ ਮਿਲਾਊਗਾ ਰਾਈਟ ਤੇ ਚੰਗਾ ਦੋਸਤ ਵੀ ਉਹ ਨਹੀਂ ਹੁੰਦਾ ਜਿਹੜਾ ਹਮੇਸ਼ਾ ਹਾਂ 'ਚ ਹਾਂ ਮਿਲਾਊਗਾ ਸੋ ਪੋਲੀਟਿਕਸ ਦੇ ਵਿੱਚ ਰਿਜ਼ਲਟ ਅਗਲੀ ਇਲੈਕਸ਼ਨ ਤੱਕ ਦਿਖਣੇ ਚਾਹੀਦੇ ਆ ਕੁਛ ਡੇਟਾ ਕੋਈ ਸਟੈਟਿਸਟੀਕਲ ਐਨਾਲਿਸਿਸ ਇਹੋ ਜਿਹਾ ਹੋਵੇ ਵੀ ਅਗਲੀਆਂ ਚੋਣਾਂ 'ਚ ਅਸੀਂ ਕਹਿ ਸਕੀਏ ਵੀ ਦੇਖੋ 4 ਤੋਂ ਅਸੀਂ 1 ਤੇ ਲੈ ਆਂਦੀ ਜਿਹੜੀਆਂ ਇਹ ਮੌਤਾਂ ਹੁੰਦੀਆਂ ਸੀ ਪਰ ਜਿਹੜੇ ਨਾਨ ਗਲੈਮਰਸ ਜਿਹੇ ਕੰਮ ਨੇ ਵਿੱਚ ਇੱਕ ਬੜੀ ਇੰਟਰਸਟਿੰਗ ਸਟੱਡੀ ਪਬਲਿਸ਼ ਹੋਈ ਅਗਸਤ 2022 'ਚ ਅੱਛਾ ਜੀ ਅਮਰੀਕਨ ਸਾਈਕੋਲੋਜੀ ਐਸੋਸੀਏਸ਼ਨ ਦਾ ਇੱਕ ਜਰਨਲ ਛਪਦਾ ਅੱਛਾ ਜੀ ਉਹਦੇ 'ਚ ਸੀਗੀ ਉਹ ਸੀਗਾ ਮੈਟਾ ਐਨਾਲਿਸਿਸ ਜਦੋਂ ਬਹੁਤ ਸਾਰੀਆਂ ਜਿਹੜੀਆਂ ਖੋਜਾਂ ਨੇ ਸਟੱਡੀਜ਼ ਨੇ ਉਹਨਾਂ ਨੂੰ ਇਕੱਤਰ ਕਰਕੇ ਉਹਦੇ 'ਚੋਂ ਤੱਤ ਕੱਢਿਆ ਜਾਵੇ ਵੀ ਉਹ ਇੱਕ ਖੋਜ ਤੇ ਇੱਕ ਪੇਪਰ ਤੇ ਆਧਾਰਿਤ ਨਹੀਂ ਹੈ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਅਮਰੀਕਨ ਡ੍ਰੀਮ ਆ ਉਹਨੂੰ ਆਪਾਂ ਕੈਨੇਡੀਅਨ ਡ੍ਰੀਮ ਵੀ ਕਹਿ ਸਕਦੇ ਹਾਂ ਜੀ ਹੈ ਨਾ ਕਿ ਜਿਹੜਾ ਅਮਰੀਕਨ ਡ੍ਰੀਮ ਆ ਇਹ ਕਿਸ ਤਰ੍ਹਾਂ ਸਾਡੀ ਮਾਨਸਿਕ ਸਿਹਤ ਖਰਾਬ ਕਰ ਰਿਹਾ ਸੋ 100 ਸਾਲ ਤੋਂ ਵੱਧ ਹੋ ਗਏ ਅਮਰੀਕਨ ਡ੍ਰੀਮ ਨੂੰ ਮੂਵੀਜ਼ ਦੇ ਵਿੱਚ ਵੀ ਪਪੂਲਰ ਕੀਤਾ ਜਾਂਦਾ ਅਮਰੀਕਨ ਡ੍ਰੀਮ ਉਹ ਸ਼ੈ ਬਣ ਗਈ ਡਾਕਟਰ ਸਾਹਿਬ ਜਿਹਨੂੰ ਚੇਜ਼ ਕਰਦੇ ਕਰਦੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦਾ ਸੁਪਨਾ ਵੀ ਅਮਰੀਕਾ ਜਾ ਕੇ ਜਾਂ ਨਾਰਥ ਅਮਰੀਕਾ ਜਾ ਕੇ ਵਸਣਾ ਬਿਲਕੁਲ ਸੋ ਉਹ ਹੁਣ ਇਹ ਸਾਇੰਸ ਆਧਾਰਿਤ ਪੇਪਰ ਆ ਇਹ ਵੈਸੇ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਉਹਨਾਂ ਨੇ ਸਟੱਡੀਜ਼ ਕੀਤੀਆਂ ਜਿਵੇਂ ਆਪਾਂ ਐਲਕੋਹਲ ਅਬਿਊਜ਼ ਡਿਸਆਰਡਰ ਉਹਨਾਂ ਦੇ ਜਿਹੜੇ ਟੇਬਲਸ ਨੇ ਉਹਨਾਂ ਦੀ ਗੱਲ ਕਰਦੇ ਹਾਂ ਇਸੇ ਤਰ੍ਹਾਂ ਓਪੋਇਡ ਦੇ ਵੀ ਨੇ ਉਹਨਾਂ ਨੇ ਸਟੱਡੀਜ਼ ਕੀਤੀਆਂ ਕਿ ਜਿਹੜੀ ਵੈਲਨੈਸ ਆ ਜਿਹੜੀ ਚੰਗੀ ਸਿਹਤ ਆ ਤੇ ਮਾਨਸਿਕ ਜਿਹੜੀ ਤੰਦਰੁਸਤੀ ਆ ਉਹ ਕਾਹਦੇ ਤੇ ਆਧਾਰਿਤ ਹੁੰਦੀ ਆ ਉਦੋਂ 2 ਹਿੱਸਿਆਂ 'ਚ ਵੰਡਦਾ ਇੰਟ੍ਰਿੰਸਿਕ ਤੇ ਐਕਸਟ੍ਰਿੰਸਿਕ ਇੰਟ੍ਰਿੰਸਿਕ ਹੋ ਗਈਆਂ ਅੰਦਰੂਨੀ ਚੀਜ਼ਾਂ ਜਿਹੜੀਆਂ ਕਿਸੇ ਨੂੰ ਦਿਖਦੀਆਂ ਨਹੀਂ ਜਿਹੜੀਆਂ ਕੋਈ ਹੋਰ ਤੁਹਾਡੇ ਲਈ ਮਿਣ ਨਹੀਂ ਸਕਦਾ ਕਿ ਤੁਸੀਂ ਤੁਹਾਡੀਆਂ ਰਿਲੇਸ਼ਨਸ਼ਿਪਸ ਕਿੰਨੀਆਂ ਗਹਿਰੀਆਂ ਨੇ ਇਹ ਨਹੀਂ ਵੀ ਕਿੰਨੀਆਂ ਨੇ ਫੇਸਬੁੱਕ ਤੇ ਕਿੰਨੇ ਫਰੈਂਡ ਨੇ ਪਰ ਅਸਲੀ ਰਿਲੇਸ਼ਨਸ਼ਿਪ ਕਿੰਨੀਆਂ ਗਹਿਰੀਆਂ ਨੇ ਜਿੱਥੇ ਦਿਲ ਖੋਲ ਕੇ ਗੱਲਬਾਤ ਕੀਤੀ ਜਾ ਸਕੇ ਤੁਹਾਡੀ ਸਿਹਤ ਕਿੰਨੀ ਚੰਗੀ ਹੈ ਤੁਹਾਨੂੰ ਬਿਮਾਰੀਆਂ ਕਿੰਨੀਆਂ ਘੱਟ ਨੇ ਤੁਹਾਨੂੰ ਨੀਂਦ ਕਿੰਨੀ ਸੋਹਣੀ ਆਉਂਦੀ ਆ ਸੋ ਇਹ ਇੰਟ੍ਰਿੰਸਿਕ ਫੈਕਟਰ ਸੀਗੇ ਦੂਸਰੇ ਸੀਗੇ ਐਕਸਟ੍ਰਿੰਸਿਕ ਤੁਹਾਡੇ ਕੋਲ ਪੈਸਾ ਕਿੰਨਾ ਤੁਹਾਡਾ ਘਰ ਕਿੰਨਾ ਵੱਡਾ ਤੁਹਾਡੀ ਤਨਖਾਹ ਕਿੰਨੀ ਹੈ ਸੋਸ਼ਲ ਸਟੇਟਸ ਕੀ ਹੈ ਤੇ ਤੁਸੀਂ ਰਹਿਣ ਸਹਿਣ ਤੁਹਾਡਾ ਕਿਹੋ ਜਿਹਾ ਤੇ ਤੁਸੀਂ ਸੋਹਣੇ ਕਿੰਨੇ ਲੱਗਦੇ ਹੋ ਇਹ ਵੀ ਐਕਸਟ੍ਰਿੰਸਿਕ ਫੈਕਟਰ ਪਿਛਲੇ 15-20 ਸਾਲ ਸੇ ਜ਼ਿਆਦਾ ਕੰਮ ਵੱਧ ਗਿਆ ਬਿਲਕੁਲ ਸੋ ਉਹ ਸਟੱਡੀ ਦਾ ਤੱਤ ਇਹ ਕੱਢਿਆ ਗਿਆ ਕਿ ਜਿਹੜੇ ਇੰਟ੍ਰਿੰਸਿਕ ਫੈਕਟਰ ਨੇ ਉਹ ਪੋਜ਼ਿਟਿਵਲੀ ਐਸੋਸੀਏਟਡ ਆ ਚੰਗੀ ਸਿਹਤ ਦੇ ਨਾਲ ਜਿਹੜੇ ਲੋਕ ਉਹਨਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਆ ਤੇ ਜਿਹੜੇ ਐਕਸਟ੍ਰਿੰਸਿਕ ਨੇ ਬਾਹਰਲੇ ਨੇ ਉਹ ਨੈਗੇਟਿਵਲੀ ਐਸੋਸੀਏਟ ਨੇ ਇਹ ਨਹੀਂ ਹੈਗਾ ਕਿ ਅਸੀਂ ਛੱਡ ਦਈਏ ਮਿਹਨਤ ਕਰਨੀ ਵੀ ਪੈਸਾ ਕਮਾਉਣ ਦੀ ਲੋੜ ਹੀ ਨਹੀਂ ਜ਼ਰੂਰਤਾਂ ਪੂਰੀਆਂ ਕਰਨੀਆਂ ਬਹੁਤ ਜ਼ਰੂਰੀ ਹੈ ਐਂਬੀਸ਼ਨ ਹੋਣਾ ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਪਰ ਉਹ ਕਹਿੰਦੇ ਵੀ ਜੇ ਇਕੱਲਾ ਪੈਮਾਨਾ ਸਕਸੈਸ ਦਾ ਇਹੀ ਰਹਿ ਗਿਆ ਕਿ ਸਾਡੇ ਕੰਟਰੀ ਦੀ GDP ਕਿੰਨੀ ਵੱਧ ਗਈ ਤੇ ਕਿੰਨੇ ਪੈਸੇ ਖਰਚੇ ਗਏ ਕਿੰਨੇ ਹਸਪਤਾਲ ਨਵੇਂ ਖੋਲ੍ਹਤੇ ਕਿੰਨੇ ਪੁਲਿਸ ਅਫਸਰ ਨਵੇਂ ਭਰਤੀ ਕਰ ਲਏ ਜੇ ਸਕਸੈਸ ਦਾ ਪੈਮਾਨਾ ਇਹ ਆ ਤੇ ਉਹਦੇ 'ਚ ਅੱਗੇ ਜਾ ਕੇ ਕੁਝ ਦੁੱਖ ਹੋਊਗਾ ਤੇ ਹੈਲਥ ਕੇਅਰ 'ਚ ਵੀ ਇਸ ਤਰ੍ਹਾਂ ਹੀ ਹੋ ਰਿਹਾ ਹੁਣ ਇਲੈਕਸ਼ਨਸ ਹੋ ਕੇ ਹਟੀਆਂ ਮੈਂ ਉਹਨਾਂ ਨੂੰ ਫੋਲੋ ਕੀਤਾ ਤੇ ਬਹੁਤ ਹੈਲਥ ਕੇਅਰ ਬੜਾ ਮਜ਼ਬੂਤ ਮੁੱਦਾ ਲੋਕ ਹਰੇਕ ਨੂੰ ਅਫੈਕਟ ਕਰਦਾ ਹਰੇਕ ਕਮਿਊਨਿਟੀ ਨੂੰ ਪਰ ਕੋਈ ਵੀ ਪੋਲੀਟੀਸ਼ੀਅਨ ਇਹ ਗੱਲ ਨਹੀਂ ਕਰਦਾ ਨਵਾਂ ਹਸਪੀਟਲ ਖੋਲ੍ਹਣ ਬਾਰੇ ਗੱਲਾਂ ਹੁੰਦੀਆਂ ਨੇ ਪਰ ਜੋ ਢਾਂਚਾ ਹੈ ਪਬਲਿਕ ਹੈਲਥ ਜਿਸ ਤਰ੍ਹਾਂ ਅਫੈਕਟ ਹੋ ਰਹੀ ਹੈ ਕਮਿਊਨਿਟੀ ਨੂੰ ਸਿਹਤਮੰਦ ਕਿੱਦਾਂ ਕੀਤਾ ਜਾਵੇ ਪ੍ਰੀਵੈਂਸ਼ਨ ਕਿਵੇਂ ਹੋਵੇ ਇਹ ਮੁੱਦਾ ਹੀ ਨਹੀਂ ਹੈ ਇਹ ਕਿਸੇ ਦੀ ਹੈਡਲਾਈਨ ਨਹੀਂ ਹੈ ਨਵਾਂ ਹਸਪੀਟਲ ਬਣ ਜਾਏ ਨਵੇਂ ਡਾਕਟਰ ਆ ਜਾਣ ਨਵੀਆਂ ਫੈਸਿਲਿਟੀਜ਼ ਪੈਦਾ ਹੋ ਜਾਣ ਜਿਹੜੀ ਸਰਜਰੀ ਲਈ ਵੈਨਕੂਵਰ ਜਾਣਾ ਪੈਂਦਾ ਉਹ ਸਰੀ 'ਚ ਹੋਣ ਲੱਗ ਪਿਆ ਉਹ ਸਭ ਜ਼ਰੂਰੀ ਹੈ ਹੋਣਾ ਚਾਹੀਦਾ ਪਰ ਉਸ ਤੋਂ ਓਨਾ ਹੀ ਜ਼ਰੂਰੀ ਇਹ ਹੈ ਕਿ ਸਿਹਤ ਕਮਿਊਨਿਟੀ ਦੀ ਠੀਕ ਕਿਵੇਂ ਹੋਵੇ ਤੁਸੀਂ ਲੰਬੇ ਸਮੇਂ ਤੱਕ ਜਿੰਨਾ ਵੱਧ ਤੋਂ ਵੱਧ ਸਮਾਂ ਹੋ ਸਕੇ ਸਿਹਤਮੰਦ ਤਰੀਕੇ ਨਾਲ ਉਹਨਾਂ ਸਾਰੀਆਂ ਸਰਵਿਸਿਜ਼ ਦੀ ਲੋੜ ਤੋਂ ਤੁਹਾਨੂੰ ਪਰੇ ਰਹਿ ਸਕੋ ਲੋੜ ਹੀ ਨਾ ਪਵੇ ਪੁਲਿਸ ਆਫਸਰਸ ਇੰਨੇ ਹੋਣ ਦੀ ਲੋੜ ਹੀ ਨਾ ਹੋਵੇ ਪਿੱਛੇ ਜੇ ਆਸਟ੍ਰੇਲੀਆ ਦੀ ਵੀ ਗੱਲ ਹੋ ਰਹੀ ਸੀ ਤੁਹਾਡੇ ਨਿਊਜ਼ੀਲੈਂਡ ਦੀ ਵੀ ਹਾਂਜੀ ਬਿਲਕੁਲ ਯੈਸ ਕਿ ਉਹ ਕਹਿੰਦੇ ਉੱਥੇ ਇੰਨੀ ਲੋੜ ਹੀ ਨਹੀਂ ਆ ਸੋ ਸਿਹਤ ਵਾਸਤੇ ਵੀ ਇਹੀ ਪੈਮਾਨਾ ਕੰਮ ਕਰਦਾ ਪਰਸਨਲ ਲਾਈਫ 'ਚ ਵੀ ਇਹੀ ਅਪਲਾਈ ਹੁੰਦਾ ਪਰ ਬਦਕਿਸਮਤੀ ਨਾਲ ਜਿਸ ਤਰ੍ਹਾਂ ਆਪਣੀ ਸੁਸਾਇਟੀ ਇਵੋਲਵ ਹੋ ਰਹੀ ਹੈ ਉਹ ਜਿਹੜੇ ਇੰਟ੍ਰਿੰਸਿਕ ਫੈਕਟਰ ਹੈ ਨਾ ਅਸੀਂ ਉਹਨਾਂ ਦੇ ਵੀ ਬਾਹਰਲੇ ਪੈਮਾਨੇ ਲੱਭ ਲਏ ਕਿ ਮੈਂ ਸੋਸ਼ਲ ਮੀਡੀਆ ਤੇ ਫੋਟੋ ਪਾਈ ਸੀ ਉਹਨੂੰ ਲਾਈਕ ਕਿੰਨੇ ਹੋਏ ਬਜਾਏ ਕਿ ਸਾਡੀਆਂ ਰਿਲੇਸ਼ਨਸ਼ਿਪ ਕਿੰਨੀਆਂ ਗਹਿਰੀਆਂ ਨੇ ਤੇ ਉਸੇ 'ਚ ਹੀ ਉਹਨਾਂ ਨੇ ਇੱਕ ਰਲ ਦੀ ਗੱਲ ਇਹ ਕੀਤੀ ਕਹਿੰਦੇ ਵੀ ਜਿਹੜੀਆਂ ਆਪਣੀਆਂ ਰਿਲੇਸ਼ਨਸ਼ਿਪਸ ਆ ਨਾ ਅਸੀਂ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰਦੇ ਅਸੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ ਤਸਵੀਰਾਂ ਦਾ ਹੁੰਦਾ ਜਾਂ ਵੀਡੀਓ ਜਾਂ ਕੋਈ ਟਿਕਟੋਕ ਆਇਆ ਹੋਵੇ ਉਹਨਾਂ ਦਾ ਆਦਾਨ ਪ੍ਰਦਾਨ ਹੁੰਦਾ
ਵਿਚਾਰਾਂ ਦਾ ਨਹੀਂ, ਅਸੀਂ ਇੱਕ ਦੂਜੇ ਦਾ ਮਨੋਰੰਜਨ ਕਰਦੇ ਹਾਂ। ਅਸੀਂ ਵੀ ਡੋਂਟ ਟਾਕ ਟੂ ਈਚ ਅਦਰ, ਵੀ ਐਂਟਰਟੇਨ ਈਚ ਅਦਰ। ਅਤੇ ਇਹ ਐਡਿਕਸ਼ਨ ਦੀਆਂ ਜੜ੍ਹਾਂ ਇੱਥੇ ਰੱਖੀਆਂ ਜਾਂਦੀਆਂ, ਪਰ ਇਹ ਨੋਨ ਗਲੈਮਰਸ ਆ। ਇਹਨੂੰ ਤੁਸੀਂ ਅੱਜ ਕੁਛ ਕਰਕੇ ਅਤੇ 2 ਮਹੀਨੇ ਬਾਅਦ ਇਹ ਮਿਣ ਕੇ ਦੱਸ ਨਹੀਂ ਸਕਦੇ ਵੀ 4 ਤੋਂ ਨੰਬਰ 1 'ਤੇ ਆ ਗਿਆ। ਪਰ ਇਹਦੇ ਵੱਲ ਲੋੜ ਓਨੀ ਆ ਜ਼ੋਰ ਲਾਉਣ ਦੀ। ਆਪਾਂ ਜਿਹੜੇ ਸਮਾਂ ਅਤੇ ਰਿਸੋਰਸਿਸ ਆ ਨਾ, ਉਹ ਅੱਗ ਬੁਝਾਉਣ 'ਤੇ ਲੱਗੇ ਹੋਏ ਆ, ਨਵੀਆਂ ਅੱਗਾਂ ਨਾ ਲੱਗਣ ਉਸ 'ਤੇ ਨਹੀਂ ਲੱਗ ਰਿਹਾ। ਸੋ ਟਰੂ ਡਾਕਟਰ ਸਾਹਿਬ। ਵੇਪਿੰਗ ਨੂੰ ਲੈ ਕੇ ਬਹੁਤ ਮਾਰਕੀਟਿੰਗ ਪਹਿਲਾਂ ਅਜਿਹੀ ਕੀਤੀ ਗਈ ਕਿ ਜਿਨ੍ਹਾਂ ਨੇ ਜੀ ਸਮੋਕਿੰਗ ਛੱਡਣੀ ਆ ਅਤੇ ਉਹਨਾਂ ਵਾਸਤੇ ਵੇਪਿੰਗ ਇੱਕ ਬਹੁਤ ਵਧੀਆ ਜ਼ਰੀਆ ਹੈ, ਅਤੇ ਉਹਨਾਂ ਵਾਸਤੇ ਤਾਂ ਹੋ ਸਕਦਾ ਵੀ ਸਮੋਕਰਸ ਵਾਸਤੇ ਟੂ ਗੈਟ ਆਫ ਸਮੋਕਿੰਗ ਸ਼ਾਇਦ ਇਹ ਇੱਕ ਪਾਥਵੇ ਠੀਕ ਹੁੰਦਾ, ਪਰ ਜਿਹੜੇ ਸਮੋਕਿੰਗ ਕਰਦੇ ਵੀ ਨਹੀਂ ਸੀ ਉਹਨਾਂ ਨੇ ਇਹ ਸੋਚ ਕੇ ਵੇਪਿੰਗ ਕਰਨੀ ਸ਼ੁਰੂ ਕਰਤੀ ਵੀ ਇਹ ਤਾਂ ਨੁਕਸਾਨ ਹੈ ਕੋਈ ਨਹੀਂ। ਬਿਲਕੁਲ ਵਿਜੇ। ਸੋ ਸਮੋਕਿੰਗ ਬੜੇ ਸਾਲ ਜਿਹੜੀ ਟੋਬੈਕੋ ਇੰਡਸਟਰੀ ਆ, ਜਿਹੜੀ ਸਮੋਕਿੰਗ ਸਿਗਰਟ ਇੰਡਸਟਰੀ ਆ, ਉਹਨੇ ਬੜੇ ਪੈਸੇ ਕਮਾਏ। ਰਾਈਟ। ਹੌਲੀ ਹੌਲੀ ਉਹ ਭਾਂਡਾ ਫੁੱਟਣਾ ਸ਼ੁਰੂ ਹੋ ਗਿਆ, ਆਮ ਸਮਝ ਆਉਣੀ ਸ਼ੁਰੂ ਹੋ ਗਈ ਕਿ ਇਹਦੇ ਬੜੇ ਨੁਕਸਾਨ ਨੇ ਜੀ, ਇਸ 'ਚ ਕੋਈ ਦੋ ਰਾਏ ਰਹਿ ਹੀ ਨਹੀਂ ਗਈਆਂ। ਹੁਣ ਉਹ ਕਿਉਂਕਿ ਥੱਲੇ ਨੂੰ ਜਾ ਰਹੀ ਆ, ਕੁਛ ਨਾ ਕੁਛ ਉਸੇ ਜਿਹੜਾ ਇੰਡਸਟਰੀ ਵੀਲ ਆ, ਪੈਸਾ ਕਮਾਉਣਾ ਨਾ, GDP ਵਧਾਉਣੀ ਆਪਣੀ, ਉਹ ਵੇਪਿੰਗ ਇੰਟਰੋਡਿਊਸ ਹੋ ਗਈ। ਡਿਜੀਟਲ ਸਿਗਰਟ, ਹਾਂਜੀ, ਇਲੈਕਟ੍ਰੋਨਿਕ ਸਿਗਰਟ, ਕਿ ਉਹ ਜੀ ਸਮੋਕਿੰਗ ਦਾ ਤਾਂ ਧੂੰਆਂ ਹੁੰਦਾ ਸੀਗਾ, ਧੂੰਏਂ ਕਰਕੇ ਨੁਕਸਾਨ ਹੁੰਦਾ ਸੀ, ਇਹ ਆਮ ਗੱਲ ਪ੍ਰਚਲਿਤ ਕਰ ਦਿੱਤੀ ਗਈ। ਅਤੇ ਇਹਦੇ ਪਿੱਛੇ ਪੈਸਾ ਲੱਗਦਾ, ਇਹ ਵੈਸੇ ਹੀ ਨਹੀਂ, ਸਭ ਨੂੰ ਪਤਾ ਲੱਗ ਗਿਆ। ਇਹਦੇ ਪਿੱਛੇ ਪੂਰਾ ਇੱਕ ਮਸ਼ੀਨਰੀ ਕੰਮ ਕਰ ਰਹੀ ਹੈ ਜਿਹਨੇ ਮਿਲੀਅਨਸ ਆਫ ਡਾਲਰ ਲਾਏ ਨੇ ਤਾਂ ਕਿ ਇਹ ਇਮੇਜ ਬਣੇ ਕਿ ਹਾਂ ਇਹਦੇ 'ਚ ਧੂੰਆਂ ਨਹੀਂ ਹੁੰਦਾ, ਸੋ ਇਹ ਸੇਫ ਹੈ। ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਇਹ ਸੇਫ ਹੈ। ਇੱਕ ਤਾਂ ਬਿਲਕੁਲ ਸਹੀ, ਜੇ ਕੋਈ ਚੇਨ ਸਮੋਕਰ ਆ, ਕਈ ਲੋਕ ਨੇ ਉਹ 2-2 ਪੈਕ ਸਿਗਰਟਸ ਦੇ ਆਮ ਰੋਜ਼ ਰੂਟੀਨਲੀ ਸਮੋਕ ਕਰਦੇ ਨੇ, ਅਤੇ ਉਹ ਇਹ ਨਹੀਂ ਕਿ ਉਹ ਹਾਈ ਹੋਣ ਲਈ ਸਮੋਕ ਕਰ ਰਿਹਾ, ਉਹਨਾਂ ਦੇ ਉਹ ਦੋਸਤ ਬਣ ਚੁੱਕੇ ਆ। ਸਿਗਰਟ ਉਹ ਪੈਕਟ ਦੇ ਵਿੱਚ ਉਹਨਾਂ ਦੇ ਉਹਨੇ ਦੋਸਤ ਨੇ ਜਿਹਦੇ ਨਾਲ ਉਹ ਆਪਣਾ ਸਮਾਂ ਬਤੀਤ ਕਰ ਸਕਦੇ ਆ। ਉਹ ਨੋਰਮਲ ਰਹਿਣ ਲਈ ਸਮੋਕ ਕਰ ਰਿਹਾ। ਉਹਦੇ ਵਾਸਤੇ ਇੱਕ ਜ਼ਰੀਆ ਹੋ ਸਕਦਾ ਸੀ ਵੇਪਿੰਗ, ਉਹਨੂੰ ਹੌਲੀ ਹੌਲੀ ਛੱਡਣ ਦਾ। ਪਰ ਹੋਇਆ ਕਿ ਇਹ ਸਾਡੇ ਸਕੂਲਾਂ 'ਚ ਐਂਟਰ ਕਰ ਗਈ। ਹਾਂਜੀ, ਇਹਨੂੰ ਕੈਂਡੀ ਵਾਲੇ ਫਲੇਵਰ, ਇਹਨੂੰ ਸੋਹਣੀਆਂ ਸੋਹਣੀਆਂ ਸਮੈਲਸ ਦੇ ਕੇ ਜਿਹੜੇ ਛੋਟੇ ਬੱਚੇ ਜਿਹਨਾਂ ਨੂੰ ਅਸੀਂ ਚਾਹ ਕੌਫੀ ਦੇਣ ਲੱਗਿਆਂ ਵੀ ਸੋਚਦੇ ਹਾਂ ਵੀ ਕੌਫੀ ਦੇ ਦੇਣੀ ਚਾਹੀਦੀ ਬੱਚੇ ਨੂੰ ਕਿ ਨਹੀਂ, ਉਹ ਵੇਪਿੰਗ ਕਰਨ ਲੱਗ ਗਿਆ ਕਿਉਂਕਿ ਉਹਦੇ 'ਚੋਂ ਸਮੈਲ ਬੜੀ ਸੋਹਣੀ ਆ ਰਹੀ ਹੈ। ਸ਼ਾਇਦ ਘਰਾਂ 'ਚੋਂ ਵੀ ਉਹ ਸਮੈਲ ਆਉਂਦੀ ਹੋਵੇ ਅਤੇ ਮਾਂ ਪਿਓ ਨੂੰ ਲੱਗਦਾ ਹੋਵੇ ਵੀ ਕੋਈ ਬੇਕਿੰਗ ਕੈਂਡੀ ਕੁਛ ਇਸ ਤਰ੍ਹਾਂ ਦੀ ਚੀਜ਼ ਹੋਣੀ ਹੈ। ਪਰ ਇਹ ਹੈ ਕਿ ਮੋਸਟਲੀ ਜਿੰਨੀਆਂ ਵੇਪਸ ਨੇ ਉਹਨਾਂ ਦੇ ਵਿੱਚ ਇੱਕ ਇਲੈਕਟ੍ਰੋਨਿਕ ਹੀਟਰ ਆ ਅਤੇ ਕੁਛ ਕੈਮੀਕਲ ਨੇ। ਉਹ ਜਿਹੜਾ ਹੀਟਰ ਆ ਉਹ ਕੈਮੀਕਲ ਨੂੰ ਹੀਟ ਕਰਦਾ ਅਤੇ ਏਰੋਸੋਲ ਬਣਦੀ ਆ। ਏਰੋਸੋਲ ਦਾ ਧੂੰਆਂ ਨਹੀਂ ਹੁੰਦਾ, ਜਿਵੇਂ ਕਹਿੰਦੇ ਨਾ ਕੋਵਿਡ ਵੀ ਏਰੋਸੋਲ ਰਾਹੀਂ ਸਪਰੈਡ ਹੁੰਦਾ। ਉਹ ਦਿਖਦਾ ਨਹੀਂ, ਜੇ ਦਿਖਦਾ ਹੁੰਦਾ ਫਿਰ ਤੇ ਕੋਵਿਡ ਬੜੀ ਛੇਤੀ ਕੰਟਰੋਲ ਕਰ ਲੈਣਾ ਸੀ ਆਪਾਂ। ਸੋ ਉਹ ਏਰੋਸੋਲ ਜਿਹੜੀ ਬਣੀ ਕੈਮੀਕਲਸ ਦੀ, ਉਹ ਸਿੱਧੀ ਸਾਡੇ ਲੰਗਸ ਦੇ ਵਿੱਚ ਜਾਂਦੀ ਆ। ਅਤੇ ਜਿਹੜਾ ਸਕਿਨ ਦਾ ਜਿਹੜਾ ਅੰਦਰ ਮਿਊਕਸ ਮੈਂਬਰੇਨ, ਮੂੰਹ ਦੇ ਅੰਦਰਲੀ ਮੈਂਬਰੇਨ, ਜੀਭ ਦੇ ਥੱਲੇ ਲੰਗਸ ਦੀ ਲਾਈਨਿੰਗ, ਉਹਦੇ 'ਚ ਕੋਈ ਫਿਲਟਰ ਨਹੀਂ ਹੈਗਾ। ਉਹ ਚੀਜ਼ ਸਿੱਧੀ ਸਾਡੇ ਬਲੱਡ 'ਚ ਐਂਟਰ ਕਰ ਜਾਂਦੀ ਹੈ। ਸੋ ਮੋਸਟਲੀ ਜਿਹੜੀਆਂ ਵੇਪਸ ਨੇ ਉਹਨਾਂ 'ਚ ਕੋਈ ਨਾ ਕੋਈ ਅਮਾਊਂਟ ਆਪਣਾ ਨਿਕੋਟੀਨ ਦਾ ਹੁੰਦਾ। ਨਿਕੋਟੀਨ ਸੇਮ ਡਰੱਗ ਆ ਜਿਹੜੀ ਸਮੋਕਿੰਗ ਦੇ ਵਿੱਚ ਐਡਿਕਸ਼ਨ ਕਾਜ਼ ਕਰਦੀ ਸਿਗਰਟ ਦੇ ਵਿੱਚ। ਸੋ ਉਹਦਾ ਦਿਲ 'ਤੇ ਦਿਮਾਗ 'ਤੇ ਉਹੀ ਅਸਰ ਹੋ ਰਿਹਾ, ਸਰੀਰ 'ਤੇ ਉਹੀ ਅਸਰ ਹੋ ਰਿਹਾ ਜੋ ਸਮੋਕਿੰਗ ਦਾ। ਉਸ ਦੇ ਨਾਲ ਜਦੋਂ ਜਿਹੜਾ ਇਲੈਕਟ੍ਰੋਨਿਕ ਹੀਟਰ ਕੈਮੀਕਲਸ ਨੂੰ ਹੀਟ ਕਰ ਰਿਹਾ, ਉਹ ਕਈ ਇਸ ਤਰ੍ਹਾਂ ਦੇ ਕੈਮੀਕਲ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਟੈਸਟ ਨਹੀਂ ਕੀਤਾ ਗਿਆ, ਕੋਈ ਬੜੀ ਰਿਸਰਚ ਨਹੀਂ ਹੋਈ ਇਹਦੇ 'ਤੇ ਵੀ ਇਹਦਾ ਕੋਈ ਸਿਹਤ 'ਤੇ ਮਾੜਾ ਅਸਰ ਤਾਂ ਨਹੀਂ। ਉਹ ਕਹਿੰਦੇ ਤਾਂ ਥੋੜ੍ਹੀ ਜਿਹੀ ਕਿਤੇ ਕਿਤੇ ਯੂਜ਼ ਕਰਨ ਵਾਲੀ ਚੀਜ਼ ਆ, ਪਰ ਉਹ ਅੰਦਰੋਂ ਫੇਫੜਿਆਂ ਨੂੰ ਖਰਾਬ ਕਰ ਦਿੰਦੇ ਆ। ਸੋ ਵੇਪਿੰਗ ਨਾਲ ਲੰਗਸ ਬਹੁਤ ਹੱਦ ਤੱਕ ਡੈਮੇਜ ਹੋ ਜਾਂਦੇ ਆ, ਕਈ ਵਾਰੀ ਬਿਨਾਂ ਪਤਾ ਲੱਗੇ। ਅਤੇ ਡਾਕਟਰ ਸਾਹਿਬ ਦੰਦਾਂ 'ਤੇ ਵੀ ਅਸਰ ਹੁੰਦਾ ਹੋਣਾ ਇਹਦਾ? ਬਿਲਕੁਲ, ਦੰਦਾਂ 'ਤੇ ਵੀ ਅਸਰ ਹੁੰਦਾ। ਸੋ ਉਹਦੇ ਵਿੱਚ ਕਈ ਸਵੀਟਨਰ ਹੁੰਦੇ ਆ, ਜਿਹੜਾ ਉਹ ਏਰੋਸੋਲ ਆ ਉਹ ਦੰਦਾਂ 'ਤੇ ਚਿਪਕ ਜਾਂਦਾ ਅਤੇ ਕੈਵਿਟੀਜ਼ ਬਣਦੀਆਂ ਨੇ, ਦੰਦ ਬਿਲਕੁਲ ਡਿਸਟਰੋਏ ਹੋ ਜਾਂਦੇ ਆ। ਅਤੇ ਵਿਜੇ ਇਹਦੇ 'ਚ ਨਾ ਬੜੀ ਅਜੀਬ ਇੱਕ ਕਿਸਮ ਦੀ ਸਮੱਸਿਆ ਖੜੀ ਹੋ ਜਾਂਦੀ ਆ। ਕਈ ਵਾਰ ਉਹ ਬੱਚੇ, ਉਹ ਯੰਗ ਇਨਸਾਨ ਜਿਨ੍ਹਾਂ ਨੂੰ ਕੋਈ ਇਹੋ ਜਿਹੀ ਲੱਤ ਲੱਗ ਚੁੱਕੀ ਆ, ਉਹ ਨਜ਼ਰ ਨਹੀਂ ਆਉਂਦੇ। ਉਹ ਸਕੂਲ 'ਚ ਵੀ ਵਧੀਆ ਕਰ ਰਹੇ ਹੁੰਦੇ ਆ, ਉਹ ਘਰਾਂ 'ਚ ਵੀ ਲੱਗਦਾ ਠੀਕ ਨੇ। ਕਈ ਵਾਰੀ ਜਦੋਂ ਕਿਸੇ ਪਾਰਟੀ 'ਚ ਹੋਈਏ ਅਤੇ ਉਹ ਸਗੋਂ ਹਾਸਾ ਮਖੌਲ ਵੱਧ ਕਰਦੇ ਦੂਸਰਿਆਂ ਨਾਲ। ਕਈ ਤਾਂ ਆਈਸੋਲੇਟ ਹੋ ਜਾਂਦੇ ਆ, ਲੱਗਦਾ ਕਿ ਯਾਰ ਇਹਦੇ 'ਚ ਕੋਈ ਗੱਲ ਲੱਗਦੀ ਹੈ, ਇਕੱਲਾ ਇਕੱਲਾ ਰਹਿਣ ਲੱਗ ਗਿਆ, ਪਰ ਜ਼ਰੂਰੀ ਨਹੀਂ ਹੈ। ਅਤੇ ਇਸ ਤੋਂ ਕੋਈ ਬਚਿਆ ਹੋਇਆ ਵੀ ਨਹੀਂ, ਇਹਦਾ ਕੋਈ ਇਹ ਸਾਈਨ ਨਹੀਂ ਕਿ ਆਹ ਬੱਚਾ ਸਕੂਲੇ ਫੇਲ ਹੋ ਰਿਹਾ, ਕਿਤੇ ਇਹ ਡਰੱਗ 'ਤੇ ਨਹੀਂ ਕਰ ਰਿਹਾ।
ਉਹ ਹੋ ਸਕਦਾ ਸਕੂਲੇ ਬਹੁਤ ਵਧੀਆ ਕਰ ਰਿਹਾ ਹੋਵੇ ਜੀ, ਤੇ ਤੁਹਾਨੂੰ ਬੜਾ ਪਿਆਰਾ ਲੱਗਦਾ ਹੋਵੇ ਜੀ, ਪਰ ਉਹਨਾਂ ਨੂੰ ਨਾਰਮਲ ਬਿਹੇਵੀਅਰ ਸਰਵਾਈਵ ਕਰਨ ਲਈ ਇਸ ਚੀਜ਼ ਦੀ ਲੱਤ ਲੱਗ ਜਾਂਦੀ ਹੈ। ਡਾਕਟਰ ਸਾਹਿਬ ਫਿਰ ਐਜ਼ ਪੇਰੈਂਟਸ ਦੇ ਮਨ ਵਿੱਚ ਇਹ ਸਵਾਲ ਆਏਗਾ ਕਿ ਜੇ ਫਿਰ ਇਹ ਪਤਾ ਕਿਵੇਂ ਲੱਗੇ ਨੰਬਰ 1, ਤੇ ਜੇ ਪਤਾ ਹੈ ਕਿਸੇ ਨੂੰ ਕਿ ਉਹਨਾਂ ਦਾ ਬੱਚਾ ਜਾਂ ਟੀਨੇਜਰ ਜਾਂ ਕੋਈ ਈਵਨ ਐਡਲਟ ਵੇਪਿੰਗ ਕਰਦਾ ਤੇ ਉਹ ਛੱਡਣਾ ਚਾਹੁੰਦੇ ਨੇ ਤਾਂ ਫਿਰ ਛੱਡਿਆ ਕਿਵੇਂ ਜਾਵੇ? ਸੋ ਵੀਰੇ ਜਦੋਂ ਆਪਾਂ ਗੱਲ ਸ਼ੁਰੂ ਕੀਤੀ ਨਾ ਜਿੱਥੋਂ, ਇਹ ਸਿੰਪਲ ਨਹੀਂ ਹੈ। ਇਹਦਾ ਆਪਾਂ ਕੋਈ ਇੱਕ ਸੈਗਮੈਂਟ ਦੇ ਵਿੱਚ ਕੋਈ ਹੱਲ ਨਹੀਂ ਦੇ ਸਕਦੇ ਵੀ ਜੀ ਇੱਦਾਂ ਕਰ ਲਓ ਤੇ ਛੁੱਟ ਜਾਓ। ਤੇ ਜੇ ਕੋਈ ਇਹ ਆਖੇ, ਕੋਈ ਥੈਰੇਪਿਸਟ ਵੀ ਕਲੇਮ ਕਰੇ ਕਿ ਮੈਂ ਇਹਦਾ ਸ਼ਰਤੀਆ ਇਲਾਜ ਕਰ ਦੂੰ ਵੀ ਆ ਵਨ ਸਟੈਪ ਇਹਦਾ ਸੋਲਿਊਸ਼ਨ ਆ, ਹਾਂ ਉਹਦੇ ਤੋਂ ਭੱਜ ਲਓ। ਹੁਣ ਆਪਣੀ ਸੁਸਾਇਟੀ ਇੰਸਟੈਂਟ ਗ੍ਰੈਟੀਫਿਕੇਸ਼ਨ ਦੀ ਹੈ, ਸਾਨੂੰ ਹੁਣੇ ਹੱਲ ਚਾਹੀਦਾ। ਪਰ ਇਹ ਸਮੱਸਿਆ ਬਣਦਿਆਂ ਕਈ ਦਹਾਕੇ ਲੱਗੇ। ਕਹਿੰਦੇ ਵੀ ਪੇਰੈਂਟਿੰਗ ਕਦੋਂ ਸ਼ੁਰੂ ਹੁੰਦੀ ਹੈ? ਮੇਰੇ ਡੈਡ ਬਹੁਤ ਇਹ ਰਿਪੀਟ ਕਰਦੇ ਹੁੰਦੇ ਸੀ ਗੱਲ, ਕਹਿੰਦੇ ਵੀ ਇੱਕ ਬੱਚੇ ਦੀ ਪਰਵਰਿਸ਼ ਕਦੋਂ ਸ਼ੁਰੂ ਹੁੰਦੀ ਹੈ? ਤਾਂ ਮੈਂ ਕਿਹਾ ਡੈਡ ਜਦੋਂ ਬੱਚਾ ਜੰਮਦਾ ਉਦੋਂ ਹੀ ਸ਼ੁਰੂ ਹੋ ਜਾਂਦੀ। ਕਹਿੰਦੇ ਨਹੀਂ, ਜਦੋਂ ਉਹ ਬੱਚਾ ਜੰਮਦਾ ਉਸ ਤੋਂ 20-25 ਸਾਲ ਪਹਿਲਾਂ, ਜਦੋਂ ਉਹਦੇ ਪੇਰੈਂਟਸ ਜੰਮੇ ਸੀ, ਬੱਚੇ ਦੀ ਪਰਵਰਿਸ਼ ਉਦੋਂ ਸ਼ੁਰੂ ਹੋ ਜਾਂਦੀ ਹੈ। ਸੋ ਜੇ ਅੱਜ ਇਹ ਸਮੱਸਿਆ ਆ ਰਹੀ ਹੈ ਤੇ ਉਹਦੇ ਵਾਸਤੇ ਵਾਪਸ ਫੈਮਿਲੀ ਸਟਰਕਚਰ 'ਚ ਜਾਣਾ ਬੜਾ ਜ਼ਰੂਰੀ ਹੈ ਜੀ। ਇਹ ਆਪਾਂ ਮੰਨ ਲਈਏ ਕਿ ਇਹ ਪ੍ਰੋਬਲਮ ਸਾਡੀ ਕਮਿਊਨਿਟੀ 'ਚ ਅਫੈਕਟ ਕਰਦੀ ਆ। ਟਾਇਲੈਨੋਲ 3 ਸਟਰੀਟ 'ਤੇ ਵਿਕਦੀ ਆ। ਮੇਰੇ ਖੁਦ ਦੇ ਆਫਿਸ 'ਚ ਮੈਂ ਕਈ ਵਾਰੀ ਮੇਰੇ ਨਾਲ ਇਸ ਤਰ੍ਹਾਂ ਹੋਇਆ ਕਿ ਮੈਨੂੰ ਲੱਗਦਾ ਹੁੰਦਾ ਹੈ ਦਰਦ ਦਾ ਇਹ ਮਹਿਸੂਸ ਕਰਨਾ ਵੀ ਕਿਸੇ ਨੂੰ ਕਿੰਨੀ ਦਰਦ ਹੋ ਰਹੀ ਹੈ ਇੰਪੋਸੀਬਲ ਹੈ। ਰਾਈਟ ਜੀ। ਪਰ ਕਈ ਵਾਰੀ ਲੱਗਦਾ ਹੁੰਦਾ ਕਿ ਕਿਤੇ ਇਹਦਾ ਮਿਸਯੂਜ਼ ਤਾਂ ਨਹੀਂ ਹੋ ਰਿਹਾ, ਇਹ ਦਰਦ ਹਟ ਕਿਉਂ ਨਹੀਂ ਰਹੀ, ਕਿਤੇ ਇਹ ਤਾਂ ਨਹੀਂ ਕਿ ਇਹ ਮੈਂ ਆਪਣੀ ਜਾਨ ਛਡਾਵਾਂ ਫਟਾਫਟ ਟਾਇਲੈਨੋਲ 3 ਲਿਖ ਦਿਆਂ, ਚਲੋ ਆਹ ਖਾ ਲਿਓ ਹਟ ਜਾਊਗੀ। ਸੋ ਜਿਹੜੀ ਮੈਡੀਸਨ ਦੀ ਪ੍ਰੈਕਟਿਸ ਆ, ਜਿਹੜੀ ਫੈਮਿਲੀ ਮੈਡੀਸਨ ਆ, ਜਦੋਂ ਆਪਾਂ ਗੱਲ ਕਰਦੇ ਨਾ ਫੈਮਿਲੀ ਮੈਡੀਸਨ ਬਹੁਤ ਅੰਡਰਪੇਡ ਆ ਜੀ। ਫੈਮਿਲੀ ਮੈਡੀਸਨ ਉਹ ਨਹੀਂ ਰਹੀ ਜੋ ਅੱਜ ਤੋਂ 50 ਸਾਲ ਪਹਿਲਾਂ ਸੀ। ਜਿਹੜੇ ਫੈਮਿਲੀ ਡਾਕਟਰਸ ਨੇ ਉਹ ਐਕਸਪਰਟ ਨੇ ਪਬਲਿਕ ਹੈਲਥ ਦੇ, ਉਹ ਬੈਕਬੋਨ ਨੇ। ਤੇ BC ਦੇ ਵਿੱਚ ਤੇ ਸਾਰੇ ਕੈਨੇਡਾ ਦੇ ਵਿੱਚ ਉਹ ਸਿਸਟਮ ਟੁੱਟ ਰਿਹਾ ਜੀ। ਸੋ ਇੱਕ ਤਾਂ ਪ੍ਰੋਵਿੰਸ਼ੀਅਲੀ ਪੋਲੀਟੀਕਲੀ ਫੈਮਿਲੀ ਮੈਡੀਸਨ ਨੂੰ ਸਟਰੋਂਗ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਫੈਮਿਲੀ ਮੈਡੀਸਨ ਹੀ ਲਾਈਫ ਸਟਾਈਲ ਮੈਡੀਸਨ ਆ ਜੀ। ਉਹ ਇਹਨਾਂ ਚੀਜ਼ਾਂ ਵੱਲ ਉਹ ਬੰਦੇ ਨੂੰ ਫੋਲੋ ਕਰਦੇ ਨੇ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ। ਸਭ ਤੋਂ ਜ਼ਿਆਦਾ ਕਨੈਕਟਡ ਹੈਲਥ ਕੇਅਰ ਪ੍ਰੋਫੈਸ਼ਨਲ ਉਹ ਹੋਣੇ ਚਾਹੀਦੇ ਆ ਜੀ, ਤੇ ਉਹਨਾਂ ਨੂੰ ਉਸ ਤਰ੍ਹਾਂ ਦੀ ਕੰਪਨਸੇਸ਼ਨ ਵੀ ਮਿਲਣੀ ਚਾਹੀਦੀ ਹੈ। ਸੈਕਿੰਡ, ਜਦੋਂ ਫੈਮਿਲੀ 'ਚ ਪਤਾ ਲੱਗ ਗਿਆ ਜਾਂ ਸ਼ੱਕ ਹੋ ਗਿਆ, ਬਹੁਤ ਆਨੈਸਟੀ ਦੀ ਲੋੜ ਆ। ਜਿੰਨੇ ਵੀ ਮੈਂ ਡੀ ਐਡਿਕਸ਼ਨ ਐਕਸਪਰਟਸ ਜਾਂ ਸਾਈਕੋਲੋਜਿਸਟ ਬਾਰੇ ਪੜ੍ਹਿਆ ਸੁਣਿਆ, ਉਹ ਕਹਿੰਦੇ ਵੀ ਫਸਟ ਸਟੈਪ ਆ ਇਮਾਨਦਾਰੀ। ਤੇ ਇਹਦੇ ਬਾਰੇ ਬੜੀ ਵਧੀਆ ਖੋਜ ਹੋਈ ਵੇ ਜੇ। ਇੱਕ ਨਾ ਜਿਵੇਂ ਆਪਾਂ ਪ੍ਰੀ ਫਰੰਟਲ ਕਾਰਟੈਕਸ ਦੀ ਗੱਲ ਕਰਦੇ ਹਾਂ, ਵੀ ਦਿਮਾਗ ਦਾ ਉਹ ਹਿੱਸਾ ਜਿੱਥੇ ਡਿਸੀਜਨਸ ਬਣਦੇ ਨੇ, ਜਿੱਥੇ ਲੌਜਿਕ ਤੋਂ ਕੰਮ ਲਿਆ ਜਾਂਦਾ, ਜਿੱਥੇ ਸਾਡੀਆਂ ਜਜ਼ਬਾਤ ਇਮੋਸ਼ਨਸ ਰਹਿੰਦੀਆਂ ਨੇ, ਜਿਹੜਾ ਸਾਨੂੰ ਇਮੈਜੀਨੇਸ਼ਨ ਦੀ ਸਾਨੂੰ ਸ਼ਮਤਾ ਦਿੰਦਾ ਮਨੁੱਖਾਂ ਨੂੰ, ਜੋ ਸਾਨੂੰ ਇਨਸਾਨ ਬਣਾਉਂਦਾ ਜੀ। ਉਹ ਕਹਿੰਦੇ ਵੀ ਪ੍ਰੀ ਫਰੰਟਲ ਕਾਰਟੈਕਸ ਕਈਆਂ ਦਾ ਨਾ ਢਿੱਲਾ ਪੈ ਜਾਂਦਾ। ਅੱਛਾ ਜੀ। ਡਰੱਗਸ ਜਿਹੜੀਆਂ ਨੇ ਉਹਨੂੰ ਨਮ ਜਿਹਾ ਕਰ ਦਿੰਦੀਆਂ, ਕਈ ਸ਼ਰਾਬ ਉਹਨੂੰ ਨਮ ਜਿਹਾ ਕਰ ਦਿੰਦੀ ਹੈ। ਤੁਹਾਡੇ ਸੋਚ ਸ਼ਕਤੀ ਜਾਂ ਆਪਣੇ ਆਪ ਤੇ ਕੰਟਰੋਲ ਰੱਖਣ ਵਾਲਾ ਜਿਹੜਾ ਕੰਟਰੋਲ ਸੈਂਟਰ ਆ ਉਹ ਢਿੱਲਾ ਪੈ ਜਾਂਦਾ। ਕਹਿੰਦੇ ਵੀ ਕੋਈ ਰਿਸਰਚ ਕੀਤੀ ਜਾਏ ਵੀ ਕਿਸ ਤਰ੍ਹਾਂ ਸਟਰੋਂਗ ਕੀਤਾ ਜਾ ਸਕਦਾ ਵੀ ਜੇ ਅਲਕੋਹਲ ਦਾ ਜਾਂ ਡਰੱਗਸ ਦਾ ਉਲਟਾ ਅਸਰ ਹੋ ਰਿਹਾ ਜੀ। ਤੇ ਉਹਨਾਂ ਨੇ ਕਿਹਾ ਵੀ ਇੱਕ ਐਕਸਪੈਰੀਮੈਂਟ ਡਿਜ਼ਾਈਨ ਕੀਤਾ, ਹਲਕੀ ਸਟਿਮੂਲੇਸ਼ਨ ਦੇ ਕੇ ਇਲੈਕਟ੍ਰੋਡਸ ਦੇ ਨਾਲ ਲੈਬ ਦੇ ਵਿੱਚ ਨਿਊਰੋ ਸਾਇੰਟਿਸਟ ਨੇ ਪ੍ਰੀ ਫਰੰਟਲ ਕਾਰਟੈਕਸ ਨੂੰ ਸਟਿਮੂਲੇਟ ਕੀਤਾ। ਅੱਛਾ ਜੀ। ਕਿ ਇਹਦੇ 'ਚ ਥੋੜ੍ਹੀ ਗਤੀਵਿਧੀ ਵਧਾਈ ਜਾਏ। ਤੇ ਉਹਨਾਂ ਨੇ ਪਾਇਆ ਵੀ ਜਦੋਂ ਐਕਸਪੈਰੀਮੈਂਟ ਕਰ ਰਹੇ ਸੀ ਨਾ, ਉਹ ਲੋਕ ਬੜੇ ਓਨੈਸਟ ਹੋ ਗਏ। ਅੱਛਾ ਜੀ। ਉਹ ਬੜਾ ਸੱਚ ਬੋਲਣ ਲੱਗ ਗਿਆ। ਕਈ ਪੋਲੀਗ੍ਰਾਫ ਟੈਸਟ ਵੀ ਕਰਦੇ ਨੇ ਨਾ, ਉਹ ਕਹਿ ਦਿੰਦੇ ਵੀ ਪਤਾ ਲੱਗ ਜਾਂਦਾ ਜਦੋਂ ਬੰਦਾ ਝੂਠ ਬੋਲ ਰਿਹਾ ਹੋਵੇ। ਸੋ ਕਹਿੰਦੇ ਵੀ ਓਕੇ, ਜੇ ਪ੍ਰੀ ਫਰੰਟਲ ਕਾਰਟੈਕਸ ਨੂੰ ਸਟਿਮੂਲੇਟ ਕੀਤਿਆਂ ਬੰਦਾ ਇਮਾਨਦਾਰ ਹੋ ਸਕਦਾ, ਤੇ ਕੀ ਇਹ ਵੀ ਸਹੀ ਹੈ ਕਿ ਜੇ ਕੋਈ ਇਮਾਨਦਾਰ ਆ ਤੇ ਉਹਦਾ ਦਿਮਾਗ ਦਾ ਇਹ ਵਾਲਾ ਹਿੱਸਾ ਜ਼ਿਆਦਾ ਸਟਰੋਂਗ ਹੋਊਗਾ? ਸੋ ਕਹਿੰਦੇ ਇਹ ਕਿੱਦਾਂ ਸਟੱਡੀ ਕਰੀਏ ਹੁਣ? ਪਰ ਉਹਨਾਂ ਨੇ ਉਹਦਾ ਤੱਤ ਇਹ ਕੱਢਿਆ ਕਿ ਹਾਂ, ਜਿਹੜੇ ਬੰਦੇ ਇਮਾਨਦਾਰ ਨੇ ਖੁਦ ਦੇ ਨਾਲ, ਆਪਣੇ ਆਪ ਨਾਲ, ਜਿਹੜੇ ਇਨਕਨਵੀਨੀਐਂਟ ਟਰੂਥ ਗੱਲ ਕਰ ਸਕਦੇ ਆ, ਜੋ ਮੰਨ ਸਕਦੇ ਆ ਕਿ ਯਾਰ ਮੇਰੀ ਆਹ ਕਮਜ਼ੋਰੀ ਆ, ਉਹਨਾਂ ਦਾ ਦਿਮਾਗ ਅਸਲ ਦੇ ਵਿੱਚ ਜ਼ਿਆਦਾ ਸਟਰੋਂਗ ਹੁੰਦਾ। ਸੋ ਮੈਨੂੰ ਲੱਗਦਾ ਕਿ ਇਹ ਛੋਟੇ ਕਦਮ ਲੈਣੇ ਬੜੇ ਜ਼ਰੂਰੀ ਹੈ। ਈਵਨ ਆਪਣੀ ਫੈਮਿਲੀ ਸੈਟਿੰਗ ਦੇ ਵਿੱਚ ਕਈ ਵਾਰੀ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਹੀ ਜਿਹੜੀ ਆਪਣੀ ਕੋਈ ਖਾਮੀ ਹੁੰਦੀ ਆ, ਘਰ ਜਿੱਥੇ ਕਿ ਸਭ ਤੋਂ ਜਿਹੜੀ ਹੁੰਦੀ ਆ ਨਾ ਨੋਨ ਜਜਮੈਂਟਲ ਥਾਂ, ਜਿੱਥੇ ਯੂ ਕੈਨ ਜਸਟ ਬੀ ਯੂਰਸੈਲਫ, ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਮੂਹਰੇ ਵੀ ਕਈ ਵਾਰੀ ਆਪਣੀਆਂ ਖਾਮੀਆਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਥਾਂ ਜਿੱਥੇ ਕਿ ਸਭ ਤੋਂ ਜ਼ਿਆਦਾ ਮਦਦ ਸਾਨੂੰ ਮਿਲ ਸਕਦੀ ਹੈ, ਮਿਲਦੀ ਆ,
ਬਿਲਕੁਲ ਵਿਜੇ, ਤੇ ਕਿਉਂ ਕਰਦੇ ਆ? ਇਹੀ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ, ਸਾਊਥ ਏਸ਼ੀਅਨ ਕਮਿਊਨਿਟੀ ਆ, ਉਹਦੇ 'ਚ ਡਰੱਗਸ ਐਡਿਕਸ਼ਨ ਵੀ ਵੱਡੀ ਸਮੱਸਿਆ ਤਾਂ ਬਣ ਜਾਂਦੀ ਹੈ, ਇੱਕ ਤਾਂ ਇਹਦੀ ਗੱਲ ਨਹੀਂ ਕੀਤੀ ਜਾਂਦੀ। ਰਾਈਟ। ਬਹੁਤ ਬੱਚੇ ਮਹਿਸੂਸ ਕਰਦੇ ਨੇ ਕਿ ਅਸੀਂ ਆਪਣੇ ਮਾਂ ਪਿਓ ਦੇ ਨਾਲ ਕੁਛ ਟੌਪਿਕਸ ਬਾਰੇ ਗੱਲ ਨਹੀਂ ਕਰ ਸਕਦੇ। ਰਾਈਟ। ਜਿਹੜੇ ਇੱਕ ਤਾਂ ਉਹਦੇ 'ਚ ਡਰੱਗਸ ਨੇ, ਰਿਲੇਸ਼ਨਸ਼ਿਪਸ ਨੇ, ਸੋ ਉਹਨੂੰ ਲੱਗਦਾ ਵੀ ਸਾਡੇ ਮਾਂ ਪਿਓ ਨਾਲ ਅਸੀਂ ਇੰਨੇ ਨਜ਼ਦੀਕੀ ਫੀਲ ਨਹੀਂ ਕਰਦੇ। ਇੱਕ ਤਾਂ ਉਹਨਾਂ ਨੂੰ ਖੁਸ਼ ਰੱਖਣ ਦੀ ਇੱਕ ਹੁੰਦਾ ਵੀ ਬੱਚੇ ਨੂੰ ਅਵਾਰਡ ਦਿੰਦੇ ਅਸੀਂ ਕੋਈ ਚੰਗਾ ਕੰਮ ਕਰੇ, ਤੇ ਬੱਚੇ ਦੇ ਮਨ 'ਚ ਹੋ ਜਾਂਦਾ ਕਿ ਜੇ ਮੈਂ ਮਾੜਾ ਕੰਮ ਕਰੂੰਗਾ ਤਾਂ ਮਤਲਬ ਮੈਨੂੰ ਪਨਿਸ਼ਮੈਂਟ ਮਿਲੇਗੀ। ਸੋ ਇੱਕ ਐਸਾ ਵਿੱਚ ਦਬਾਅ ਬਣ ਜਾਂਦਾ ਕਿ ਓਨੈਸਟੀ, ਇਮਾਨਦਾਰੀ ਖਤਮ ਹੋ ਜਾਂਦੀ ਹੈ। ਤੇ ਉਹਦੇ ਲਈ ਇੱਕ ਨਾ ਰਿਸਰਚਰ ਨੇ, ਬ੍ਰੈਨੇ ਬਰਾਊਨ, ਉਹਨਾਂ ਦੀ ਬੜੀ ਫੇਮਸ ਟੈਡ ਟਾਕ ਆ, ਮੈਂ ਜ਼ਰੂਰ ਰਿਕਮੈਂਡ ਕਰਦਾ ਕਿ ਸਾਰੇ ਦੇਖੋ। ਬ੍ਰੈਨੇ ਬਰਾਊਨ ਉਹਨਾਂ ਨੇ ਰਿਸਰਚ ਕੀਤੀ ਹੈ ਸ਼ੇਮ ਤੇ। ਅੱਛਾ ਜੀ। ਉਹ ਕਹਿੰਦੇ ਮੈਂ ਸ਼ੇਮ ਰਿਸਰਚਰ ਹਾਂ, ਮੈਂ ਸ਼ਰਮ ਦੀ ਰਿਸਰਚ ਕੀਤੀ ਸਾਰੀ ਉਮਰ। ਅੱਛਾ ਜੀ। ਤੇ ਉਹਨਾਂ ਦੀ ਇੱਕ ਕਿਤਾਬ ਹੈ, ਉਹਦਾ ਨਾਂ ਹੈ ਗਿਫਟਸ ਆਫ ਇੰਪਰਫੈਕਸ਼ਨ। ਅੱਛਾ ਜੀ। ਕਹਿੰਦੇ ਵੀ ਜਿਹੜੀ ਇੰਪਰਫੈਕਸ਼ਨ ਆ ਨਾ, ਇਹ ਅਸਲ ਦੇ ਵਿੱਚ ਬੜੀ ਖੂਬਸੂਰਤ ਚੀਜ਼ ਆ। ਹਿਊਮੈਨਿਟੀ ਉੱਥੇ ਹੀ ਆ। ਹਿਊਮੈਨਿਟੀ ਇੱਥੇ ਹੀ ਆ ਵੀ ਅਸੀਂ ਪਰਫੈਕਟ ਨਹੀਂ ਹੋ ਸਕਦੇ। ਰਿਲੀਜਨ 'ਚ ਵੀ ਆਉਂਦਾ, ਗੁਰਬਾਣੀ 'ਚ ਆਉਂਦਾ ਵੀ ਪਰਫੈਕਟ ਤੇ ਪਰਮਾਤਮਾ ਹੀ ਆ, ਪਰ ਜਿਹੜੇ ਇੰਪਰਫੈਕਸ਼ਨ ਦੇ ਗਿਫਟ ਨੇ ਅਸੀਂ ਉਹਨਾਂ ਨੂੰ ਐਮਬਰੇਸ ਕਰੀਏ ਤੇ ਆਪਣੇ ਬੱਚਿਆਂ ਦੇ ਨਾਲ ਓਨੈਸਟ ਹੋ ਜਾਈਏ। ਮੈਂ ਪਰਸਨਲ ਐਗਜ਼ਾਮਪਲ ਦਿੰਦਾ ਵੀ ਜੇ ਤੁਹਾਨੂੰ, ਮੈਨੂੰ ਸ਼ੂਗਰ ਐਡਿਕਸ਼ਨ ਆ। ਬਚਪਨ ਤੋਂ ਮੈਨੂੰ ਯਾਦ ਆ ਕਿ ਮੇਰਾ ਫੇਵਰੇਟ ਖਾਣਾ ਇਹੀ ਹੁੰਦਾ ਸੀ ਵੀ ਖੰਡ ਮਿਲ ਜਾਏ ਕਿਸੇ ਤਰ੍ਹਾਂ। ਮੇਰੇ ਕਜ਼ਨ ਹੱਸਦੇ ਹੁੰਦੇ ਸੀ, ਯਾਰ ਤੂੰ ਤਾਂ ਲੂਣ ਵਾਲੇ ਚੌਲਾਂ ਤੇ ਵੀ ਖੰਡ ਪਾ ਕੇ ਖਾਣਾ। ਸੋ ਮੇਰੀ ਉਹ ਐਡਿਕਸ਼ਨ ਉੱਥੋਂ ਚੱਲੀ ਆਈ, ਉਹਨੇ ਮੇਰਾ ਭਾਰ ਵੀ ਬਹੁਤ ਵਧਾਇਆ ਤੇ ਸਾਡੀ ਸਾਰੀ ਫੈਮਿਲੀ ਡਾਇਬੈਟਿਕ ਸੀ। ਹੁਣ ਬੱਚਿਆਂ ਨੂੰ ਕਹੀ ਜਾਣਾ ਮਿੱਠਾ ਨਾ ਖਾਇਆ ਕਰੋ, ਮਿੱਠਾ ਨਾ ਖਾਇਆ ਕਰੋ, ਪਰ ਖੁਦ ਦਾ ਕੰਟਰੋਲ ਨਹੀਂ। ਖੁਦ ਜਦੋਂ ਬੱਚੇ ਸੌਂ ਗਏ ਤੇ ਉਹ ਹੈਲੋਵੀਨ ਵਾਲੇ ਬੈਗ 'ਚ ਜਾ ਕੇ ਉਹ 'ਚੋਂ ਚਾਕਲੇਟ ਕੱਢ ਕੇ ਖਾ ਲੈਣੀ। ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਜਿਹੜੀ ਮੇਰੀ ਇੰਪਰਫੈਕਸ਼ਨ ਆ, ਇਹ ਮੈਨੂੰ ਬੱਚਿਆਂ ਨਾਲ ਸ਼ੇਅਰ ਕਰਨੀ ਬੜੀ ਜ਼ਰੂਰੀ ਹੈ। ਸੋ ਹੁਣ ਮੈਂ ਇਸ ਚੀਜ਼ 'ਚ ਮੈਨੂੰ ਕੋਈ ਸ਼ਰਮ ਨਹੀਂ ਕਿ ਹਾਂ ਯਾਰ ਮੈਂ ਨਾ ਸ਼ੂਗਰ ਐਡਿਕਟ ਆ ਤੇ ਇਹ ਬਚਪਨ ਤੋਂ ਚੱਲਿਆ ਆ ਰਿਹਾ ਤੇ ਮੈਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ। ਮੈਨੂੰ ਇੰਝ ਲੱਗਦਾ ਕਿ ਜਦੋਂ ਆਪਾਂ ਬੱਚਿਆਂ ਨਾਲ, ਆਪਣੀ ਫੈਮਿਲੀ ਨਾਲ ਇਹ ਇੰਪਰਫੈਕਸ਼ਨਸ ਸ਼ੇਅਰ ਕਰਦੇ ਹਾਂ, ਓਨੈਸਟ ਹੋ ਜਾਂਦੇ ਹਾਂ, ਇਮਾਨਦਾਰ ਹੋ ਜਾਂਦੇ ਹਾਂ, ਤੇ ਉਹਦੇ ਨਾਲ ਉਹਨਾਂ ਨੂੰ ਵੀ ਡਰ ਨਹੀਂ ਲੱਗਦਾ ਆਪਣੀ ਇੰਪਰਫੈਕਸ਼ਨ ਸ਼ੇਅਰ ਕਰਨ ਨੂੰ। ਉਹ ਡਾਕਟਰ ਸਾਹਿਬ ਬਹੁਤ ਜ਼ਬਰਦਸਤ ਗੱਲ ਹੈ ਇਹ। ਸੋ ਬੱਚੇ ਨੂੰ ਜੇ ਮਹਿਸੂਸ ਹੋ ਰਿਹਾ ਕਿ ਮੈਂ ਗਲਤ ਪਾਸੇ ਜਾ ਰਿਹਾ ਜਾਂ ਮੈਂ ਸ਼ੋਰ ਨਹੀਂ, ਮੈਨੂੰ ਐਂਗਜ਼ਾਇਟੀ ਹੋ ਰਹੀ ਹੈ, ਮੈਨੂੰ ਡਰ ਲੱਗ ਰਿਹਾ, ਉਹ ਡਰੂਗਾ ਨਹੀਂ ਤੁਹਾਡੇ ਨਾਲ ਸ਼ੇਅਰ ਕਰਨ ਨੂੰ। ਉਹਨੂੰ ਲੱਗੂਗਾ ਮੇਰੇ ਚਪੇੜ ਨਹੀਂ ਪੈਣੀ, ਮੇਰੀ ਗੱਲ ਸੁਣ ਲੈਣਗੇ। ਸੋ ਈਵਨ ਪਰਸਨਲ ਰਿਲੇਸ਼ਨਸ਼ਿਪਸ ਦੇ ਵਿੱਚ, ਪਰਿਵਾਰਾਂ 'ਚ, ਦੋਸਤਾਂ 'ਚ ਅਸੀਂ ਉਹ ਗੱਲ ਕਰਨ ਤੋਂ ਡਰਦੇ ਹਾਂ। ਸਾਨੂੰ ਲੱਗਦਾ ਯਾਰ ਇਹਨੇ ਅੱਗੇ ਤੋਂ ਨਾ ਮੈਨੂੰ ਬੁਲਾਉਣਾ ਹੀ ਨਹੀਂ ਜੇ ਮੈਂ ਆਹ ਦੱਸਦਾ। ਸੋ ਖੁਦ ਦੇ ਨਾਲ ਤੇ ਆਪਣੀਆਂ ਉਹਨਾਂ ਕਲੋਜ਼ ਰਿਲੇਸ਼ਨਸ਼ਿਪਸ ਨਾਲ ਸ਼ੇਅਰ ਕਰਨਾ, ਬਿਲਕੁਲ ਇਮਾਨਦਾਰ ਹੋਣਾ ਤੇ ਉਸਨੂੰ ਐਕਸੈਪਟ ਕਰ ਲੈਣਾ। ਇਹ ਨਹੀਂ ਕਿ ਬੜੀ ਖੁਸ਼ੀ ਹੁੰਦੀ ਸੁਣ ਕੇ ਕਿ ਹਾਂਜੀ ਕੋਈ ਗਲਤ ਕੰਮ ਕਰਕੇ ਆਇਆ, ਉਹਨੂੰ ਕਹੋ ਵੀ ਦੁੱਖ ਤੇ ਹੋਇਆ ਜੀ, ਪਰ ਮੈਨੂੰ ਬਹੁਤ ਚੰਗਾ ਕੀਤਾ ਵੀ ਤੂੰ ਗੱਲ ਕਰ ਲਈ। ਤੇ ਹੋ ਸਕਦਾ ਕਿਤੇ ਖੁਦ ਵੀ ਅਸੀਂ ਇਹੋ ਜਿਹੀ ਕੋਈ ਨਾ ਕੋਈ ਗਲਤੀ ਕੀਤੀ ਹੋਏ, ਉਹ ਸ਼ੇਅਰ ਕਰ ਲੈਣੀ। ਸੋ ਆਈ ਥਿੰਕ ਫਸਟ ਸਟੈਪ ਉੱਥੋਂ ਸ਼ੁਰੂ ਹੁੰਦਾ ਕਿ ਅਸੀਂ ਪਰਿਵਾਰ 'ਚ ਜਾਈਏ, ਅਸੀਂ ਪਬਲਿਕ ਹੈਲਥ ਵੱਲ ਨਾ ਭੱਜੀਏ ਕਿ ਸਰਕਾਰ ਆ ਕੇ ਕੁਛ ਕਰੇ, ਅਸੀਂ ਖੁਦ ਕਰੀਏ ਜੀ, ਉੱਥੋਂ ਸ਼ੁਰੂ ਕੀਤੀ ਜਾਵੇ। ਡਾਕਟਰ ਸਾਹਿਬ ਥੈਂਕ ਯੂ ਸੋ ਮਚ। ਅੱਜ ਦੀ ਇਸ ਗੱਲਬਾਤ ਦੇ ਵਿੱਚ ਇੰਨੀ ਜ਼ਿਆਦਾ ਦੇਰ ਇਜ਼ ਸੋ ਮਚ ਫੂਡ ਫॉर ਥਾਟ, ਦੇਰ ਇਜ਼ ਸੋ ਮਚ ਕਲੀਅਰ ਗਾਈਡੈਂਸ ਐਜ਼ ਵੈਲ। ਕਈ ਵਾਰ ਗੱਲਾਂ ਇੱਦਾਂ ਹੁੰਦੀਆਂ ਕਿ ਬੰਦਾ ਕਹਿੰਦਾ ਵੀ ਅੱਛਾ ਸੋਚਣ ਨੂੰ ਮਜਬੂਰ ਕਰਦੀ, ਸੋਚਣੇ। ਆਈ ਥਿੰਕ ਤੁਸੀਂ ਬਹੁਤ ਸਾਰੀਆਂ ਐਕਸ਼ਨੇਬਲ ਚੀਜ਼ਾਂ ਵੀ ਦੱਸ ਦਿੱਤੀਆਂ ਵੀ ਪੁਖਤਾ ਤੌਰ 'ਤੇ ਪ੍ਰੈਕਟੀਕਲੀ ਆਹ ਕੁਝ ਕੀਤਾ ਜਾ ਸਕਦਾ ਜਿਹੜਾ ਅਸੀਂ ਫੈਮਿਲੀ ਸੈਟਿੰਗ ਦੇ ਵਿੱਚ ਕਰ ਸਕਦੇ ਹਾਂ। ਥੈਂਕ ਯੂ ਸੋ ਮਚ ਡਾਕਟਰ ਸਾਹਿਬ ਫॉर ਐਜ਼ ਆਲਵੇਜ਼ ਫॉर ਸੱਚ ਅ ਗ੍ਰੇਟ ਟਾਕ। ਥੈਂਕ ਯੂ ਵਿਜੇ, ਬਹੁਤ ਮਿਹਰਬਾਨੀ।